ਗੁਰਦੇਵ जी धन गुरदेव जी ਅੱਜ ਅਸੀਂ ਦੋਨੋਂ ਭੈਣਾਂ ਤੁਹਾਡੇ रूबरू ਹੋਏ ਹਾਂ ਸਪੈਸ਼ਲ ਪ੍ਰੋਗਰਾਮ ਲੈ ਕੇ ਦੋਨੋਂ ਭੈਣਾਂ ਆਈਆਂ ਹਨ। ਤਾਂ ਇਹਦੇ ਵਿੱਚ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਜੋ ਕੰਚ ਟੀਵੀ ਤੇ ਅਟੈਕ ਹੋਇਆ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਜੋ ਵੀ ਗੱਲਬਾਤ ਕਰਨੀ ਹੋਵੇ, ਜੋ ਤੁਸੀਂ ਆਪਣੇ ਵਿਚਾਰ ਰੱਖਦੇ ਹੋ, ਇਹੋ ਜਿਹੇ ਜੋ ਅਟੈਕ ਹੁੰਦੇ ਹਨ, ਕਿਉਂਕਿ ਚੱਲਦੇ ਕੰਮਾਂ ਤੇ ਅਟੈਕ ਹੋਣੇ, ਇਹ ਕਿਹੜੀ ਸੋਚ ਤੁਸੀਂ ਦੱਸ ਸਕਦੇ ਹੋ? ਕਿਉਂਕਿ ਇਹ ਮਨੂਵਾਦੀ ਸੋਚ ਆ ਜਾਂ ਕਿ ਜਿਹੜੇ ਲੋਕ ਅੱਗੇ ਵਧਦੇ ਆ ਆਪਣੇ ਸਮਾਜ ਲਈ ਕੁਛ ਕਰਦੇ ਆ ਉਹਨਾਂ ਨੂੰ ਰੋਕਣ ਲਈ ਆ ਕਿ ਇਨਸਾਨ ਆਪਣੇ ਹੀ ਸੋਚ ਦੇ ਵਿੱਚ ਡੁੱਬਿਆ ਰਹੇ, ਆਪਣੇ ਹੀ ਵਿਚਾਰਾਂ ਦੇ ਵਿੱਚ ਡੁੱਬਿਆ ਰਹੇ। ਪਰ ਇਹ ਜੋ ਸੋਚਾਂ ਹੁੰਦੀਆਂ ਹਨ, ਅੱਗੇ ਵਧਣ ਦੀਆਂ ਸੋਚਾਂ, ਆਪਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਇਹੀ ਕਿਹਾ ਸੀ ਕਿ ਅੱਗੇ ਵਧਣ ਦੀ ਸੋਚ ਉਹਨਾਂ ਨੇ ਵੀ ਇੱਕ ਦੂਜੇ ਦੇ ਨਾਲ ਚੱਲਣ ਦੀ ਹੀ ਸਿੱਖਿਆ ਦਿੱਤੀ ਸੀ ਆਪਾਂ ਨੂੰ। ਜੇ ਆਪਾਂ ਕਿਸੇ ਵੀ ਗੁਰੂ ਦੀ ਗੱਲ ਲਈਏ, ਸਤਿਗੁਰੂ ਨਾਨਕ ਜੀ ਨੇ ਵੀ ਇੱਕ ਦੂਜੇ ਦੇ ਨਾਲ ਹੋ ਕੇ ਕਾਰਜ ਕਰਨ ਦੀ ਆਪਾਂ ਨੂੰ ਮੱਤ ਦਿੱਤੀ ਸੀ। ਤੇ ਜੇ ਆਪਾਂ ਬਾਬਾ ਸਾਹਿਬ ਦੀ ਗੱਲ ਕਰੀਏ, ਉਹਨਾਂ ਨੇ ਵੀ ਇਹੋ ਹੀ ਕਿਹਾ ਸੀਗਾ ਕਿ ਇੱਕ ਦੂਜੇ ਦੇ ਨਾਲ ਹੋ ਕੇ ਆਪਣੇ ਕਾਰਜ ਸਵਾਰੋ। ਪਰ ਜਿਹੜੇ ਕਾਰਜ ਸਵਾਰਿਆ ਹੋਇਆ ਤੇ ਇਹੋ ਜਿਹੇ ਅਟੈਕ ਹੋਣੇ ਆ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਮਨੂਵਾਦੀ ਸੋਚ ਕਹੋਗੇ ਜਾਂ ਕਿ ਕਿਸੇ ਮੂਰਖਤਾ ਕਹੋਗੇ ਜਾਂ ਤੁਸੀਂ ਕੋਈ ਇਹ ਕਹੋਗੇ ਕਿ ਮਾੜੀ ਸੋਚ ਵਾਲੇ ਲੋਕ? ਆਪਾਂ ਅੱਜ ਇੱਥੇ ਗੱਲ ਕਰਾਂਗੇ। ਤੁਸੀਂ ਕੀ ਕਹਿੰਦੇ ਹੋ ਇਹੋ ਜਿਹੀਆਂ ਅਟੈਕ ਹੁੰਦੇ ਆ ਜਦੋਂ, ਤਾਂ ਇਹੋ ਜਿਹੇ ਲੋਕਾਂ ਬਾਰੇ ਤੁਸੀਂ ਕੀ ਕਹੋਗੇ ਜਿਹੜੇ ਲੋਕ ਇਹੋ ਜਿਹੀਆਂ ਮਾੜੇ ਕੰਮ ਕਰਦੇ ਹਨ? ਤੇ ਆਪਾਂ ਅੱਜ ਦੀ ਇਹੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਪਹਿਲਾਂ ਆਪਾਂ ਆਸ਼ਾ ਜੀ ਨੂੰ ਜੈ ਗੁਰਦੇਵ ਕਹੀਏ ਤਾਂ ਫਿਰ ਆਪਣਾ ਪ੍ਰੋਗਰਾਮ ਇਸੇ ਤਰ੍ਹਾਂ ਚੱਲੇਗਾ। ਤੁਸੀਂ ਵੀ ਜਦ ਤੱਕ ਤਿਆਰ ਹੋ ਕੇ ਆਪਣੀ ਸੋਚ ਵਿਚਾਰ ਤੇ ਕੰਚ ਟੀਵੀ ਦੇ ਟੈਲੀਫੋਨ ਦੇ ਰਾਹੀਂ ਆਪਣੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਤੇ ਨਾਲ ਆਪਾਂ ਉਹ ਕਾਂਚੀ ਵਾਲੇ ਦੀ ਓਟ ਲੈ ਕੇ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਜੈ ਗੁਰਦੇਵ ਆਸ਼ਾ ਜੀ। ਹਾਂਜੀ, ਧੰਨ ਗੁਰਦੇਵ ਭੈਣ ਜੀ ਤੇ ਜਿੰਨੇ ਸੁਣਨੇ ਵਾਲੇ ਸਾਰਿਆਂ ਨੂੰ ਪਿਆਰੀ ਜੈ ਗੁਰਦੇਵ, ਧੰਨ ਗੁਰਦੇਵ। ਜੈ ਜੈ ਹਰ ਹਰ ਵਾਲਮੀਕ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਤੇ ਆਪਣੇ ਜੈ ਭੀਮ ਜੀ। ਤੇ ਜੈ ਗੁਰਦੇਵ ਜੀ, ਜੈ ਭੀਮ ਜੀ, ਜੈ ਸਵਾਮੀ ਵਾਲਮੀਕ ਜੀ। ਤਾਂ ਅੱਜ ਆਪਾਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਹਾਂਜੀ, ਤੁਸੀਂ ਵੀ ਇਸੇ ਹੀ ਅਟੈਕ ਦੇ ਬਾਰੇ ਗੱਲਬਾਤ ਕਰਾਂਗੇ। ਹਾਂਜੀ, ਇਸੇ ਅਟੈਕ ਹਾਂਜੀ ਆਸ਼ਾ ਜੀ। ਹਾਂਜੀ, ਇਸੇ ਅਟੈਕ ਬਾਰੇ ਅਸੀਂ ਅੱਜ ਗੱਲਬਾਤ ਕਰਦੇ ਹਾਂ ਜੋ ਫਰਾਈਡੇ ਰਾਤ ਨੂੰ 9:15 ਇੱਦਾਂ ਗੱਲ ਹੋਈ ਆ। ਤੇ ਜਿਹਨੇ ਵੀ ਇਹ ਸੋਚ ਰੱਖੀ ਆ, ਮੈਂ ਕਹਿੰਦੀ ਬਹੁਤ ਮਾੜੀ ਆ। ਇੱਦਾਂ ਦੀ ਸੋਚ ਨਹੀਂ ਕਦੀ ਵੀ ਦਿਲ 'ਚ ਲਿਆਉਣੀ ਚਾਹੀਦੀ। ਕਿਸੇ ਦੇ ਇੱਦਾਂ ਦੀਆਂ ਗੱਲਾਂ ਕਰਨੇ ਨਾਲ ਇਹ ਗੱਲ ਟੀਵੀ ਆ, ਇਹ ਸਾਡੇ ਗੁਰੂ ਦੇ ਨਾਂ ਦਾ ਆ, ਇਹ ਰੁਕਣਾ ਨਹੀਂ ਹੈਗਾ, ਇਹ ਚੱਲਦਾ ਹੀ ਰਹਿਣਾ ਆ। ਉਹਨੇ ਜਿਹੜੀ ਕੰਮ ਕਰਨਾ ਸੀ ਕਰਕੇ ਦੇਖ ਲਿਆ। ਉਹਨਾਂ ਦੀ ਸੋਚ ਮਾੜੀ ਸੀਗੀ। ਜਿੱਦਾਂ ਕਹਿੰਦੇ ਹੁੰਦੇ ਆ, ਪੈਰ ਦੀ ਮੋਚ ਤੇ ਮਾੜੀ ਸੋਚ ਬਿਲਕੁਲ ਕਦੀ ਅੱਗੇ ਵਧਣ ਨਹੀਂ ਦਿੰਦੀ। ਅਸੀਂ ਅੱਗੇ ਵਧਣਾ ਆ ਕਿਉਂਕਿ ਅਸੀਂ ਆਪਣੇ ਗੁਰੂ ਦਾ ਨਾਂ ਲੈ ਕੇ ਚੱਲੇ ਆ ਜੀ। ਬਿਲਕੁਲ ਹੈ ਨਾ, ਆਪਣੇ ਗੁਰੂ ਦਾ ਨਾਂ ਲੈ ਕੇ ਉਹਦੇ ਨਾਂ ਤੇ ਚੱਲਦਾ ਆ। ਉਹਦੇ ਨਾਂ ਤੇ ਸਾਰਾ ਕੁਝ, ਗੁਰਬਾਣੀ ਵੀ ਚੱਲਦੀ ਹੈ, ਸਾਰਾ ਕੁਝ ਹੁੰਦਾ ਆ ਉਹਦੇ ਨਾਂ ਤੇ ਹੀ ਆ ਸਾਰੀਆਂ ਗੱਲਾਂ ਬਾਤਾਂ। ਤਾਂ ਫਿਰ ਉਹ ਇੱਦਾਂ ਸਾਨੂੰ ਕਿੱਦਾਂ ਕੋਈ ਇੱਦਾਂ ਅਟੈਕ ਵੀ ਕਰੂਗਾ ਤਾਂ ਫਿਰ ਵੀ ਅਸੀਂ ਪਿੱਛੇ ਨਹੀਂ ਹਟਣ ਵਾਲੇ, ਅਸੀਂ ਅੱਗੇ ਵਧਦੇ ਰਵਾਂਗੇ। ਹੋਰ ਸਗੋਂ ਹੁਣ ਉਹਨਾਂ ਨਾਲ ਵੀ ਅੱਗੇ ਨਾਲ ਵੀ ਜ਼ਿਆਦਾ ਦੇਖਿਓ ਤੁਸੀਂ, ਜ਼ਿਆਦਾ ਵਧਣਾ ਆ, ਜ਼ਿਆਦੀਆਂ ਗੱਲਾਂ ਬਾਤਾਂ ਹੋਣੀਆਂ ਆ, ਜ਼ਿਆਦਾ ਅੱਗੇ ਚੱਲਣਾ ਆ, ਅੱਗੇ ਨਾਲ ਵੀ ਟੌਪ 'ਤੇ ਜਾਊਗਾ। ਇੱਦਾਂ ਹੌਸਲੇ ਜਿਹੜੇ ਆ ਨਾ, ਹੌਸਲੇ ਸਾਡੇ ਬੁਲੰਦ ਆ ਜੀ। ਜਿਸ ਤਰ੍ਹਾਂ ਆਸ਼ਾ ਜੀ ਕਹਿੰਦੇ ਆ ਕਿ ਸਤਿਗੁਰ ਦੀ ਸੇਵਾ ਸਫਲ ਹੈ ਜੇ ਕੋ ਕਰੇ ਮਨ ਲਾਏ ਜੀ। ਕਿਉਂਕਿ ਆਪਾਂ ਕੰਚ ਟੀਵੀ ਤੇ ਜਿੰਨੇ ਵੀ ਟਰਸਟੀ ਆ, ਜਿੰਨੇ ਵੀ ਪ੍ਰੈਜੈਂਟਰ ਆ, ਸਭ ਮਨ ਲਾ ਕੇ ਕਾਰਜ ਕਰਦੇ ਹਨ। ਹਾਂਜੀ। ਤੇ ਸਤਿਗੁਰਾਂ ਦੀਆਂ ਜਿਹੜੀਆਂ ਸੇਵਾ ਕੀਤੀ ਹੋਈ ਸਫਲ ਹੀ ਹੁੰਦੀ ਹੈ। ਹਾਂਜੀ। ਜੋ ਇਹੋ ਜਿਹੇ ਮਾੜੀ ਸੋਚ ਵਾਲੇ ਲੋਕ ਹੁੰਦੇ ਹਨ, ਉਹ ਥੋੜ੍ਹੇ ਚਿਰ ਲਈ ਭਾਵੇਂ ਉਹਨਾਂ ਦੇ ਮਨ ਨੂੰ ਖੁਸ਼ੀ ਮਿਲਦੀ ਹੋਵੇ ਵੀ ਅਸੀਂ ਆਹ ਅਟੈਕ ਕਰ ਲਿਆ ਜਾਂ ਅਸੀਂ ਆਹ ਕੁਛ ਕਰ ਦਿੱਤਾ, ਪਰ ਉਹ ਜਿਹੜੀ ਖੁਸ਼ੀ ਆ ਉਹ ਬਹੁਤ ਚੈਨ ਨਹੀਂ ਰਹਿੰਦੀ ਨਾ ਜੀ। ਕਿਉਂਕਿ ਜਿੱਥੇ ਤੁਸੀਂ ਕਹਿੰਦੇ ਹੁੰਦੇ ਆ ਅਟੈਕ ਕੀਤਾ ਹੈ, ਉੱਥੇ ਤਾਂ ਬਹੁਤ ਵਧੀਆ ਹੋਰ ਬਣ ਜਾਣਾ। ਇੱਥੇ ਜੇ ਕੰਚ ਟੀਵੀ ਤੇ ਇਹੋ ਜਿਹਾ ਅਟੈਕ ਹੋਇਆ ਆ, ਇੱਥੇ ਤਾਂ ਹੋਰ ਵੀ ਵਧੀਆ, ਉਹ ਤੋਂ ਵਧੀਆ ਸੋਹਣਾ ਹੋ ਜਾਣਾ, ਵਧੀਆ ਹੋਣਾ ਹੈ। ਤੇ ਜਿਹੜੇ ਕਰਨੇ ਵਾਲੇ ਆ ਉਹਨਾਂ ਨੂੰ ਸਤਿਗੁਰ ਨੇ ਵੀ ਸਜ਼ਾ ਦੇ ਦੇਣੀ ਆ। ਤਾਂ ਜੋ ਇੱਥੇ ਪਬਲਿਕ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਆ, ਉਹ ਵੀ ਸਜ਼ਾਵਾਂ ਮਿਲ ਜਾਂਦੀਆਂ ਹੁੰਦੀਆਂ। ਹਾਂਜੀ, ਪਹਿਲਾਂ ਆਪਾਂ
ਉਧਰ ਵੱਧਦੇ ਆ ਜੋ ਕਿ ਅਟੈਕ ਹੋਇਆ ਆ ਹਾਂਜੀ ਉਹਦੇ ਬਾਰੇ ਆਪਾਂ ਕਲਿੱਪ ਦੇਖਦੇ ਆ ਜੀ। ਤੇ ਇਸੇ ਤਰ੍ਹਾਂ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਜੀ। ਜੈ ਗੁਰਦੇਵ, ਧੰਨ ਗੁਰਦੇਵ। ਪਹਿਲੀ ਸਾਧ ਸੰਗਤ ਜੀ, ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਂਸ਼ੀ ਟੀਵੀ ਦਾ ਜਿਹੜਾ ਆਪਣਾ ਸਟੂਡੀਓ ਚੱਲਦਾ ਹੈਗਾ, ਅੱਜ ਅਸੀਂ ਇੱਥੋਂ 9:15 ਵਜੇ ਇੱਥੋਂ ਗਏ ਹੈਗੇ ਆ ਪ੍ਰੋਗਰਾਮ ਕਰਕੇ ਜਿੰਦੇ ਲਾ ਕੇ ਐਲਾਨ ਲਾ ਕੇ। ਉਦੋਂ ਹੀ ਕਿਸੇ ਨੇ ਬੰਦੇ ਨੇ ਆ ਕੇ ਇੱਥੇ ਆਪਣੇ ਜਿੱਥੇ ਬਿਜਲੀ ਦਾ ਕੰਟਰੋਲ ਰੂਮ ਦਾ ਦੇਖੋ ਜਿੱਦਾਂ ਹੈ, ਇੱਥੋਂ ਆ ਕੇ ਤਾਰਾਂ ਵੱਢ ਦਿੱਤੀਆਂ ਬਿਜਲੀ ਦੀਆਂ, ਜਿਹੜੇ ਤਾਰਾਂ ਵੱਢ ਦਿੱਤੀਆਂ ਥੱਲੇ ਮੇਨ ਫਿਊਜ਼ ਜਿਹੜੇ ਆ ਉਹ ਕੱਢ ਦਿੱਤੇ ਹੈਗੇ ਆ, ਜਿਹਦੇ ਕਾਰਨ ਨਾਲ ਸਾਰੀ ਇੰਡਸਟਰੀ ਜਿਹੜੀ ਹੈਗੀ ਆ ਇਹ ਬਿਜਲੀ ਬੰਦ ਹੋ ਗਈ ਆ। 9:15 9:30 ਵਜੇ ਤੱਕ ਟੀਵੀ ਬੰਦ ਹੋਣਾ ਨਹੀਂ ਹੋਇਆ। ਇਹਦਾ ਇਹੀ ਕਾਰਨ ਆ ਵੀ ਜਿਹੜਾ ਟੀਵੀ ਬੰਦ ਹੋਇਆ, ਕਿਸੇ ਨੇ ਪਤਾ ਨਹੀਂ ਵੀ ਕੌਣ ਬੰਦਾ ਸਾਡੇ ਪਿੱਛੇ ਪਿਆ ਹੈਗਾ ਜਿਹੜਾ ਚਾਹੁੰਦਾ ਵੀ ਟੀਵੀ ਨਾ ਚੱਲੇ, ਉਸ ਬੰਦੇ ਨੇ ਆ ਕੰਮ ਕਰਵਾਇਆ ਜਾਂ ਕੀਤਾ ਹੈਗਾ ਆ। ਪੁਲਿਸ ਨੂੰ ਵੀ ਟੈਸਟ ਕਰ ਦਿੱਤਾ ਹੈਗਾ ਆ। ਆਦੇ ਮੇਨ ਪਲੱਗ ਦੇ ਬੋਰਡ ਜਿਹੜੇ ਫਿਊਜ਼ ਹੈਗੇ ਆ ਥੱਲੇ ਸੱਜੇ ਭੰਨੇ ਪਏ ਆ, ਸਾਰੇ ਬਹੁਤ ਜ਼ਿਆਦਾ ਡੈਮੇਜ ਕਰਤਾ ਬਿਜਲੀ ਦਾ। ਇਹ ਹੁਣ ਜਿੰਨਾ ਚਿਰ ਨਹੀਂ ਠੀਕ ਹੁੰਦਾ ਉਹਨਾਂ ਚਿਰ ਮੁੜ ਕੇ ਟੀਵੀ ਨਹੀਂ ਚੱਲਣਾ ਹੈਗਾ। ਕੋਸ਼ਿਸ਼ ਹੈਗੀ ਆ ਮੇਰੀ ਵੀ ਹੁਣ ਇੱਕ ਬੰਦੇ ਨੂੰ ਸੱਦ ਕੇ ਚਲਾ ਰਹੇ ਹੈਗੇ ਆ ਤੇ ਉਮੀਦ ਆ ਵੀ ਛੇਤੀ ਤੋਂ ਛੇਤੀ ਟੀਵੀ ਚੱਲ ਜਾਊਗਾ। ਲੇਕਿਨ ਜਿਹੜਾ ਸੋਚਣ ਦੀ ਗੱਲ ਇਹ ਹੈ ਵੀ ਜਿਹੜਾ ਬੰਦੇ ਨੇ ਇਹੋ ਜਿਹਾ ਕੰਮ ਕਰਨੇ ਹੈਗੇ ਆ ਕਲੋਨੀਅਲ ਹਰਕਤ ਕਰਦਾ, ਉਹ ਬੰਦੇ ਨੂੰ ਚਾਹੀਦਾ ਹੈਗਾ ਕੋਈ ਗੱਲ ਹੈਗੀ ਆ ਵੀ ਆ ਕੇ ਸਿੱਧੀ ਸਾਡੇ ਨਾਲ ਗੱਲ ਕਰ ਲਵੇ ਵੀ ਜੋ ਪ੍ਰੋਬਲਮ ਉਹਦੀ ਕੋਈ ਚੀਜ਼ ਹੈਗੀ ਆ ਟੀਵੀ ਦੇ ਵਿੱਚ, ਟੀਵੀ ਨਾਲ ਉਹ ਸਿੱਧੀ ਗੱਲ ਕਰ ਸਕਦਾ ਆ ਕੇ। ਇੱਦਾਂ ਦੀਆਂ ਤਾਂ ਕਰਨ ਦਾ ਕੀ ਫਾਇਦਾ ਹੋਇਆ। ਅਸੀਂ ਇਹ ਚਾਹੁੰਦੇ ਹੈਗੇ ਆ ਵੀ ਜਿਹਨੇ ਵੀ ਕੀਤਾ ਹੈਗਾ ਨਾ ਉਹ ਬੰਦਾ ਕਲੀਅਰ ਹੋ ਕੇ ਮੁਰੇ ਸਾਹਮਣੇ ਆਵੇ। ਜੇ ਕੋਈ ਗੱਲ ਕਰਨੀ ਹੈਗੀ ਆ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਹੈਗਾ, ਜੋ ਵੀ ਕੰਮ ਕਰਨਾ ਚਾਹੁੰਦਾ ਕੋਈ ਹੈਗਾ, ਜਿੱਦਾਂ ਵੀ ਕਹੇ ਉੱਦਾਂ ਹੀ ਮੈਂ ਬੁਲਾਵਾਂਗੇ ਉਹਦੇ ਨਾਲ। ਪਰ ਆਹ ਜਿਹੜਾ ਕੰਮ ਕਰਨੇ ਹੈਗੇ ਆ ਇਹ ਇੱਕ ਬੁਜ਼ਦਿਲੀ ਦਾ ਦਿਖਾਵਾ ਹੈਗਾ ਆ। ਇਹੋ ਜਿਹਾ ਕੰਮ ਕਰਨ ਦੇ ਨਾਲ ਟੀਵੀ ਬੰਦ ਨਹੀਂ ਹੋਣੀ ਹੈਗੀ, ਟੀਵੀ ਅੱਗੇ ਨਾਲ ਵੀ ਸਟਰੋਂਗ ਚੱਲੂਗਾ। ਤੇ ਸਾਨੂੰ ਸਾਰੀ ਪਬਲਿਕ ਦੀ ਸਪੋਰਟ ਹੈਗੀ ਆ। ਰਮਦਾਸੀਆ ਸਮਾਜ, ਵਾਲਮੀਕੀ ਸਮਾਜ, ਸਾਰੇ ਲੋਕ ਚਾਹੁੰਦੇ ਟੀਵੀ ਚੱਲਣ ਵਾਸਤੇ। ਸਾਡੇ ਵਿੱਚੋਂ 5-4 ਬੰਦੇ ਜਿਹੜੇ ਹੈਗੇ ਥੋੜ੍ਹੇ ਜਿਹੇ ਹੈਗੇ ਆ ਜਿਹੜਾ ਇਹਦੇ ਐਂਟਰੀ ਹੋਏ ਹੈਗੇ ਆ, ਉਹਨਾਂ ਬੰਦਿਆਂ ਨੂੰ ਚੇਤਾਵਨੀ ਦਿੰਦੇ ਹੈਗੇ ਆ ਇਹੋ ਜਿਹੀ ਹਰਕਤਾਂ ਕਰਨੀਆਂ ਬੰਦ ਕਰ ਦਿਓ। ਕੋਈ ਗੱਲ ਕਰਨੀ ਹੈ ਸਿੱਧੇ ਬੰਦਿਆਂ ਵਾਂਗੂ ਆ ਕੇ ਸਾਹਮਣੇ ਆ ਕੇ ਗੱਲ ਕਰ ਲਓ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਹੈਗੇ ਆ। ਇਹੋ ਜਿਹਾ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ। 2 ਘੰਟੇ ਟੀਵੀ ਬੰਦ ਹੋ ਜਾਊ, ਕੋਈ ਫਰਕ ਨਹੀਂ ਪੈਣਾ ਹੈਗਾ। ਟੀਵੀ ਦੁਬਾਰਾ ਫਿਰ ਚੱਲੂਗਾ। ਜੈ ਗੁਰਦੇਵ, ਧੰਨ ਗੁਰਦੇਵ ਜੀ। ਥੈਂਕ ਯੂ। ਹਾਂਜੀ, ਤੁਸੀਂ ਹੁਣੇ ਇਹ ਕਲਿੱਪ ਦੇਖੀ ਆ, ਤੁਸੀਂ ਖੁਦ ਆਪ ਦੇਖਿਆ ਹੈ ਕਿ ਕਿਸ ਤਰ੍ਹਾਂ ਤਾਰਾਂ ਕੱਢੀਆਂ ਗਈਆਂ, ਕਿਸ ਤਰ੍ਹਾਂ ਉੱਥੇ ਸਾਰਾ ਸਮਾਨ ਖਿਲਰਿਆ ਪਿਆ ਆ। ਕਿ ਇਹੋ ਜਿਹੀ ਸੋਚ ਰੱਖਣ ਵਾਲੇ ਲੋਕ ਬਾਰੇ ਤੁਸੀਂ ਕੀ ਕਹੋਗੇ? ਜਿੰਨੇ ਵੀ ਇਸ ਟਾਈਮ ਸੁਣਦੇ ਆ ਜਾਂ ਦੇਖਦੇ ਆ, ਸਭਨਾਂ ਨੂੰ ਅਸੀਂ ਇਹ ਕਹਿੰਦੇ ਆ ਕਿ ਇਹੋ ਜਿਹੇ ਜੋ ਟੇਕ ਕਰਦੇ ਆ ਇਹ ਕੋਈ ਗੁਰੂਆਂ ਦਾ ਸੰਦੇਸ਼ਾ ਨਹੀਂ ਹੈ, ਨਾ ਹੀ ਚੰਗੀ ਸੋਚ ਵਾਲਿਆਂ ਦੀ ਇਹ ਸੋਚ ਆ। ਕਿ ਤੁਸੀਂ ਇਹੋ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਜੋ ਇਹ ਚੱਲਦੇ ਕੰਮਾਂ ਦੇ ਵਿੱਚ ਇਹੋ ਜਿਹੇ ਵਿਘਨ ਪਾਉਂਦੇ ਹਨ? ਤੇ ਆਸ਼ਾ ਜੀ, ਹਾਂਜੀ ਆਪਾਂ ਗੱਲ ਕਰਦੇ, ਦੇਖੋ ਕਿੰਨਾ ਹਾਂਜੀ ਸਮਾਨ ਖਿਲਰਿਆ ਆ, ਤਾਰਾਂ ਕੱਢੀਆਂ, ਕਿੰਨਾ ਮਤਲਬ ਉਸ ਇਨਸਾਨ ਨੂੰ ਇੰਨਾ ਵੀ ਖੌਫ ਨਹੀਂ ਆਇਆ ਕਿ ਸ਼ਾਇਦ ਬਿਜਲੀ ਦਾ ਕੋਈ ਪਲੱਗ ਜਾਂ ਕੁਛ ਗਲਤ ਹੋ ਗਿਆ ਤਾਂ ਉਹ ਆਪ ਵੀ ਇਸ ਖਤਰੇ ਦੇ ਵਿੱਚ ਹੋ ਸਕਦਾ ਸੀ, ਉਹਨੂੰ ਵੀ ਕਰੰਟ ਪੈ ਸਕਦਾ ਸੀ, ਉਹ ਵੀ ਡਿੱਗ ਸਕਦਾ ਸੀ। ਹਾਂਜੀ, ਫਿਰ ਕਿੰਨਾ ਉਹਦਾ ਵੀ ਨੁਕਸਾਨ ਹੋਣਾ ਸੀ। ਜਿਹੜਾ ਸਾਡਾ ਨੁਕਸਾਨ ਤਾਂ ਕੀਤਾ ਆ, ਉਹ ਤਾਂ ਜਿੱਦਾਂ ਬਾਣੀ ਵਿੱਚ ਵੀ ਲਿਖਿਆ, ਮਨ ਮੈਲਾ ਸਭ ਕੁਝ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਬਿਰਲਾ ਬੁਝੇ ਕੋਈ। ਬਿਲਕੁਲ ਹਨਾ, ਇਹ ਮਨ ਜਿਹੜਾ ਮੈਲਾ ਆ ਨਾ, ਇਹ ਜਿੱਦਾਂ ਮਰਜੀ ਤੁਸੀਂ ਆਪਣੇ ਆਪ ਨੂੰ ਉੱਤੋਂ ਕਰੀ ਜਾਵੋ, ਸੰਭਾਲੀ ਜਾਓ, ਤਨ ਨੂੰ ਧੋਈ ਜਾਓ, ਜੋ ਮਰਜੀ, ਜਾਂ ਤੁਹਾਡਾ ਮਨ ਹੀ ਮੈਲਾ ਆ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਹਨਾ। ਫੇਰ ਤਾਂ ਜੋ ਮਰਜੀ ਤੁਸੀਂ ਕਰੀ ਜਾਓ, ਫੇਰ
ਇਹ ਸਮਝਦਾ ਕੋਈ ਆ। ਬਿਲਕੁਲ ਜੀ, ਜਿਹਨੇ ਆਪਣੇ ਮਨ ਨੂੰ ਸਮਝ ਲਿਆ, ਸਮਝ ਲਓ ਉਹਨੇ ਦੁਨੀਆ ਨੂੰ ਸਮਝ ਸਮਝ ਉਹ ਲਿਆ। ਕਦੀ ਵੀ ਇਹੋ ਜਿਹੇ ਮਾੜੇ ਕੰਮ ਨਹੀਂ ਕਰਦਾ। ਤਾਂ ਇਸੇ ਲਈ ਤੁਹਾਨੂੰ ਵੀ ਕਹਿੰਦੇ ਆ ਜੋ ਕਾਂਸ਼ੀ ਟੀਵੀ ਦੇ ਸਟੂਡੀਓ ਦੇ ਵਿੱਚ ਫੋਨ ਕਰਕੇ ਆਪਣੇ ਵਿਚਾਰ ਦੱਸਣੇ ਆ। ਟੈਲੀਫੋਨ 0121 502 4304। ਸਪੈਸ਼ਲ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਆ ਜੋ ਫਰਾਈਡੇ ਕਾਂਸ਼ੀ ਟੀਵੀ ਤੇ ਅਟੈਕ ਹੋਇਆ। ਬੜੇ ਦੁੱਖ ਦੀ ਗੱਲ ਆ, ਬੜੇ ਦੁੱਖ ਦੇ ਨਾਲ ਇਹ ਗੱਲਾਂ ਕਰਨੀਆਂ ਪੈਂਦੀਆਂ ਆ। ਪਹਿਲਾਂ ਆਪਾਂ ਵੱਧਦੇ ਕੋਲ ਵੱਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਭੈਣ ਜੀ, ਜੈ ਗੁਰਦੇਵ। ਧੰਨ ਗੁਰਦੇਵ ਜੀ। ਆਸ਼ਾ ਮਾਲ ਜੀ, ਜੈ ਗੁਰਦੇਵ। ਹਾਂ, ਧੰਨ ਗੁਰਦੇਵ ਜੀ। ਹਾਂਜੀ, ਤੁਸੀਂ ਪ੍ਰੋਗਰਾਮ ਇਹ ਲੈ ਕੇ ਆਏ ਆ, ਬਹੁਤ ਬਹੁਤ ਤੁਹਾਡਾ ਧੰਨਵਾਦ। ਹਰਭਜਨ ਮਿੱਡਾ ਜੀ। ਜਿੱਥੇ ਵੀ ਮੇਰੀ ਆਵਾਜ਼ ਜਾਂਦੀ, ਸਾਰੇ ਭੈਣਾਂ ਭਰਾਵਾਂ ਨੂੰ ਮੇਰੀ ਵੱਲੋਂ ਪਿਆਰ ਭਰੀ ਜੈ ਗੁਰਦੇਵ ਜੀ। ਹਾਂਜੀ, ਹਰਭਜਨ ਮਿੱਡਾ ਜੀ ਹੈ। ਹਾਂਜੀ, ਤਾਂ ਭੈਣ ਜੀ ਦੇਖੋ ਬਹੁਤ ਮਾੜੀ ਘਟਨਾ ਹੋਈ ਆ। ਹਾਂਜੀ, ਕਿਉਂਕਿ ਜਿਹਨੇ ਇਹ ਕੀਤਾ ਇਹ ਕੰਮ ਜੀ, ਉਹਨਾਂ ਨੂੰ ਇਹ ਨਹੀਂ ਲੱਗਾ ਵੀ ਇਹ ਗੁਰੂ ਦਾ ਘਰ ਵਾ, ਹਨਾ। ਤਾਂ ਦੇਖੋ ਕਿੱਦਾਂ ਉਹਨੇ ਜਿਗਰਾ ਕਰਕੇ ਉਹ ਆਏ ਆ ਜੀ। ਵਿਜੇ ਮਾਮੀ ਦਾ ਅਸੀਂ ਕਿੰਨਾ ਧੰਨਵਾਦ ਕਰਦੇ ਆ ਕਿ ਦੇਖੋ ਉਹ ਇੱਕ ਬਹਾਦਰ ਬਣਿਆ ਜੀ। ਬਿਲਕੁਲ। ਇੰਨਾ ਉਹ ਜਿੱਦਾਂ ਕਹਿੰਦੇ ਹੁੰਦੇ ਦੇਖ ਲਾ ਉਸ ਵੇਲੇ ਕੱਲਾ ਉਹ ਆਇਆ ਹਨੇਰੇ, ਇੰਨਾ ਹਨੇਰੇ ਦੇ ਵਿੱਚ ਉਹ ਕਰਕੇ ਜਿੱਦਾਂ ਉਹਨੂੰ ਵੀ ਉਹਦੀ ਜਾਨ ਨੂੰ ਵੀ ਖਤਰਾ ਸੀਗਾ ਬਿਲਕੁਲ। ਪਰ ਉਸ ਵੇਲੇ ਉਹਦਾ ਗੁਰੂ ਰਵਿਦਾਸ ਦਾ ਉਹਦੇ ਸਿਰ ਤੇ ਹੱਥ ਸੀ। ਠੀਕ ਆ, ਉਹਦਾ ਬਾਲ ਵਿੰਗਾ ਨਹੀਂ ਹੋਇਆ ਹੈਗਾ। ਕਿਉਂ ਪ੍ਰਮਾਤਮਾ ਇਸ ਤਰ੍ਹਾਂ ਕਹਿੰਦੇ ਉਹਨੇ ਵੀ ਚੜ੍ਹਦੀ ਕਲਾ ਚ ਰੱਖੀ ਜੀ। ਤਾਂ ਭੈਣ ਜੀ ਜਿੱਦਾਂ ਉਹਨੇ ਜਿਹਨੇ ਕੀਤਾ ਇਹ ਕੰਮ ਉਹਨੇ ਚੰਗਾ ਨਹੀਂ ਕੀਤਾ ਹੈਗਾ ਕਿ ਉਹ ਗੁਰੂ ਦਾ ਮੱਥਾ ਲਾਉਂਦੇ ਆ। ਦੇਖੋ ਗੁਰੂ ਦੀ ਇੰਨੀ ਕੁਰਬਾਨੀ ਆ ਜੀ। ਇਹ ਕਾਂਸ਼ੀ ਟੀਵੀ ਕਦੀ ਬੰਦ ਨਹੀਂ ਹੋਣਾ ਹੈਗਾ। ਇਹ ਤਾਂ ਚੜ੍ਹਦੀ ਕਲਾ ਚ ਮਰਜੀ ਕੋਈ ਕਰ ਲਵੇ, ਜੋ ਮਰਜੀ ਨਾ ਕਰੇ। ਧੰਨਵਾਦ ਭਾਜੀ ਬੰਗੇ ਹੋਣਾ ਦਾ। ਦੇਖੋ ਜਿਹਨੇ ਪਹਿਲਾਂ ਤੋਂ ਇਹ ਚਲਾਇਆ ਜੀ। 7 ਸਾਲ ਅਸੀਂ ਸਵੇਰ ਨੂੰ 6 ਵਜੇ ਆਉਂਦੀਆਂ ਰਹੀਆਂ ਜੀ। 7 ਸਾਲ, ਹਨਾ। ਹਰਭਜਨ ਮਿੱਡਾ ਜੀ, ਹਰਭਜਨ ਜੀ ਤੁਹਾਡਾ ਵੀ ਮਹਾਰਾਜ ਨੇ ਦੇਖੋ ਕਿੱਥੇ ਦੀ ਕਿੱਥੇ ਪਹੁੰਚਾਇਆ ਜੀ, ਹਨਾ। ਅੱਜ ਕਾਂਸ਼ੀ ਟੀਵੀ ਬੁਲੰਦੀਆਂ ਤੇ ਜਾਂਦਾ ਹੈ ਜੀ। ਤਾਂ ਪਰ ਜੇ ਤੋਂ ਨਹੀਂ ਚੱਲ ਹੁੰਦਾ ਨਾ, ਉਹ ਸਾਹਮਣੇ ਆ ਕੇ ਟੱਕਰ ਲੈ ਲਵੇ ਜੀ। ਸਾਹਮਣੇ ਆ ਕੇ ਆਵੇ ਵੀ ਮਤਲਬ ਮੈਂ ਇਦਾਂ ਕਰਨੀ ਆ, ਫਿਰ ਜਿੱਦਾਂ ਕਹਿੰਦੇ ਹੁੰਦੇ ਪਿੱਠ ਵਿੱਚ ਤਾਂ ਰੱਬ ਨੂੰ ਵੀ ਆਪਾਂ ਗਾਲਾਂ ਕੱਢ ਲਈਆਂ ਜੀ। ਤਾਂ ਆ ਜੇ ਸਾਹਮਣੇ ਆ ਕੇ ਉਹ ਮੱਥਾ ਲਾਵੇ ਜੀ ਜੀ, ਹਨਾ। ਪਰ ਉਹਲੇ ਬਹੁਤ ਗਲਤਾ। ਦੇਖੋ ਗੁਰੂ ਨੇ ਉਹਨੂੰ ਇੱਕ ਦਿਨ ਸਬਕ ਸਿਖਾਉਣਾ ਹੀ ਆ ਜੀ। ਬਿਲਕੁਲ। ਹਾਂਜੀ, ਤਾਂ ਬਹੁਤ ਭੈਣ ਜੀ ਸਾਨੂੰ ਦੁੱਖ ਲੱਗਾ। ਦੇਖੋ ਸਵੇਰੇ ਉੱਠ ਕੇ ਅਸੀਂ ਬਾਣੀ ਸੁਣਦੇ ਆ, ਜਿਸ ਵੇਲੇ ਸੁੱਤੇ ਉੱਠ ਕੇ ਆਈਦਾ ਆ ਕੇ ਆਉਂਦੇ ਪਹਿਲਾਂ ਟੈਲੀਵਿਜ਼ਨ ਲਾਈਦਾ ਆ ਨਾਲੇ। ਹਰਭਜਨ ਜੀ ਤੁਹਾਡੀ ਵੀ ਬਹੁਤ ਮਿਹਨਤ ਹੈ। ਉਸ ਟਾਈਮ ਤੇ ਜਦੋਂ ਕਾਂਸ਼ੀ ਟੀਵੀ 1 ਘੰਟਾ ਚੱਲਿਆ ਸੀ, ਬਹੁਤ ਨਿੰਦਿਆ ਕਰਦੇ ਆ। ਕਿੰਨੇ ਯੋਗਦਾਨ ਹੀ ਨਹੀਂ ਬਹੁਤ ਪਾਇਆ। ਹਾਂਜੀ, ਤਾਂ ਬਹੁਤ ਜਿੱਦਾਂ ਮਤਲਬ ਸਾਨੂੰ ਦੁੱਖ ਲੱਗਾ ਹੈਗਾ ਜੀ। ਸਾਰੀ ਕੌਮ ਨੂੰ ਆਪਾਂ ਸਾਰਿਆਂ ਨੂੰ ਦੁੱਖ ਬਹੁਤ ਲੱਗਾ। ਹਾਂਜੀ, ਬਹੁਤ ਦੁੱਖ ਲੱਗਾ ਸਾਰਿਆਂ ਨੂੰ। ਦੇਖੋ ਤੁਸੀਂ ਹੁਣ ਭੈਣਾਂ ਆਉਂਦੀਆਂ ਜਿੱਦਾਂ ਕਹਿੰਦੇ ਹੁੰਦੇ ਨੇਰ ਸਨੇਰੇ ਵੀ ਆ ਕੇ ਤੁਸੀਂ ਪ੍ਰੋਗਰਾਮ ਕਰਦੀਆਂ ਜੀ। ਕਿੰਨਾ ਸੋਹਣਾ ਤੁਹਾਡਾ ਪ੍ਰੋਗਰਾਮ ਹੁੰਦਾ, ਸਾਰੇ ਪ੍ਰੈਜੈਂਟਰਾਂ ਦਾ ਨਾਈਸ ਹੁੰਦਾ ਪ੍ਰੋਗਰਾਮ। ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਆਉਂਦੇ ਆ ਜੀ। ਠੀਕ ਆ ਜੀ। ਤਾਂ ਉਹ ਵੀ ਤਾਂ ਮਤਲਬ ਦੇਖੋ ਗੁਰੂ ਦੀ ਸੇਵਾ ਹੀ ਆ। ਬਿਲਕੁਲ, ਹਨਾ। ਆਖੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕਰੇ ਕੋਈ ਮਨ ਚਿਤ ਲਾ ਕੇ ਜੀ, ਹਨਾ। ਇਹ ਸੇਵਾ ਆ ਜਿਹੜਾ ਕੋਈ ਮਨ ਚਿਤ ਲਾ ਕੇ ਕਰਦਾ ਆ ਨਾ, ਉਹਦੇ ਵਿੱਚ ਕਿਸੇ ਨੂੰ ਮਾੜੀ ਸੋਚ ਸੋਚਣੀ ਨਹੀਂ ਚਾਹੀਦੀ ਜੀ। ਹਾਂਜੀ, ਤਾਂ ਭੈਣ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਤਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਕਿਉਂ ਕਾਂਸ਼ੀ ਟੀਵੀ ਇਹ ਜਿੰਨੀ ਵੀ ਸਪੋਰਟ ਹੋ ਸਕਦੀ ਆ ਸਾਰੇ ਭੈਣਾਂ ਭਰਾ ਕਰਨ, ਤਾਂ ਜਿਹੜਾ ਇੰਨਾ ਨੁਕਸਾਨ ਹੋਇਆ ਆ ਉਹ ਵੀ ਸਭ ਕੁਝ ਠੀਕ ਹੋ ਜਾਵੇ ਜੀ। ਤਾਂ ਜੈ ਗੁਰਦੇਵ ਭੈਣ ਜੀ। ਧੰਨਵਾਦ ਜੀ, ਧੰਨਵਾਦ। ਇਹ ਤਾਂ ਸਾਡੇ ਹਰਭਜਨ ਮਿੱਡਾ ਜੀ। ਹਾਂਜੀ, ਜਿਨ੍ਹਾਂ ਨੇ ਕਿ ਪਹਿਲਾਂ ਜਦੋਂ ਕਾਂਸ਼ੀ ਟੀਵੀ ਸ਼ੁਰੂਆਤ ਦੇ ਵਿੱਚ ਹੋਇਆ ਸੀ, ਹਾਂਜੀ ਹਾਂਜੀ, ਇਹਨਾਂ ਦੀ ਵੀ ਬਹੁਤ ਮਿਹਨਤ ਆ। ਕਿਉਂਕਿ ਇਹ ਵੀ ਤੜਕੇ ਉੱਠ ਕੇ ਸਾਡੇ ਨਾਲ ਹੀ ਆਉਂਦੇ ਸਨ। ਹਾਂਜੀ, ਕਿਉਂਕਿ ਉਸ ਟਾਈਮ ਭੈਣਾਂ ਨੇ ਜੋ ਕਿ ਟਰਸਟੀ ਜਿਨ੍ਹਾਂ ਨੇ ਫਰੰਟ ਆਫ ਦਾ ਕੈਮਰਾ ਹੋ ਕੇ ਉਸ ਟਾਈਮ ਕੈਮਰੇ ਦੇ ਮੂਹਰੇ ਆ ਕੇ ਸੇਵਾ ਕੀਤੀ। ਜਿੱਦਾਂ ਕਹਿ ਦਵੋ ਵੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਸੇਵਾ ਚੱਲਦੀਆਂ ਬੀਬੀਆਂ ਦੀਆਂ। ਹਾਂਜੀ, ਕਿ ਉਹ ਵੀ ਸੇਵਾ ਕਦੀ ਵੀ ਵਿਅਰਥੀ ਨਹੀਂ ਜਾਏਗੀ। ਕਿਉਂਕਿ ਜਿੰਨੇ ਮਰਜੀ ਇਹੋ ਜਿਹੇ ਲੋਕ ਜਿਹੜੇ ਆ ਜਿੱਦਾਂ ਮਾੜੀ ਸੋਚ ਰੱਖਣ, ਪਰ ਜਿਹੜੀਆਂ ਚੰਗੀ ਸੋਚ ਦੇ ਨਾਲ ਚੰਗਾ ਇਹ ਮੀਡੀਆ ਚੱਲਿਆ ਆ ਕਦੀ ਬੰਦ ਨਹੀਂ ਹੋਵੇਗਾ। ਤੇ ਪਹਿਲਾਂ ਆਪਾਂ ਚੱਲਦੇ ਕੋਲਵਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ। ਹੈਲੋ ਜੀ। ਹੈਲੋ ਜੀ। ਹਾਂਜੀ, ਕੌਣ ਤੇ ਕਿੱਥੋਂ ਬੋਲਦੇ ਹੋ? ਮੈਂ ਜੀ ਵਿਦਿਆ ਜੱਖੂ ਬੋਲ ਰਹੀ ਹਾਂ। ਹਾਂਜੀ, ਤੁਹਾਡਾ ਜੀ ਆਇਆਂ ਨੂੰ ਜੀ ਸਪੈਸ਼ਲ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਜੈ ਗੁਰਦੇਵ ਜੈ ਭੀਮ ਬੜੇ ਪਿਆਰ ਦੇ ਨਾਲ ਕਹਿੰਦੀ ਹਾਂ ਜੀ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ। ਹਾਂਜੀ,
ਤੇ ਤੁਸੀਂ ਦੇਖੋ ਕਿੰਨੇ ਦੁੱਖ ਨਾਲ ਇੱਥੇ ਆਏ ਹੋ। ਬਿਲਕੁਲ ਤੇ ਜੀ। ਦੇਖੋ ਜਿਹੜੀ ਪਿੱਛੇ ਤੁਸੀਂ ਫੀਚਰ ਲਾਈ ਆ ਨਾ, ਜਿਹੜਾ ਨੁਕਸਾਨ ਹੋਇਆ, ਹਾਂਜੀ, ਸੁਣ ਕੇ ਬੜਾ ਦੁੱਖ ਹੋ ਰਿਹਾ, ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਇੰਨਾ ਸਟੂਡੀਓ ਦਾ ਨੁਕਸਾਨ ਕਰ ਗਏ। ਔਰ ਜਿਨ੍ਹਾਂ ਨੇ ਇਹ ਨੁਕਸਾਨ ਕੀਤਾ ਜੀ, ਉਹਨਾਂ ਨੂੰ ਲੈਸਨ ਤਾਂ ਮਿਲ ਗਿਆ, ਕਿਉਂਕਿ ਉਦਣੇ ਮਿਲ ਗਿਆ ਕਿ ਇਹ ਟੀਵੀ ਕਾਂਚੀ ਟੀਵੀ ਤਾਂ ਫਿਰ ਵੀ ਬੰਦ ਨਹੀਂ ਹੋਇਆ। ਹਾਂ ਬਿਲਕੁਲ ਚੱਲਦਾ ਹੈ। ਉਹਨਾਂ ਨੇ ਬੰਦ ਕਰਨਾ ਚਾਹਿਆ ਲੇਕਿਨ ਬੰਦ ਨਹੀਂ ਹੋਇਆ ਜੀ, ਕਿਉਂਕਿ ਦੇਖੋ ਉਹਨਾਂ ਨੇ ਕਿੰਨਿਆਂ ਦੇ ਮਨ ਦੁਖੀ ਕੀਤੇ ਜੀ, ਔਰ ਕਿੰਨਿਆਂ ਦੇ ਉਹ ਇਸ ਵੇਲੇ ਕੋਈ ਉਹਨਾਂ ਨੂੰ ਚੰਗਾ ਨਹੀਂ ਕਹਿ ਰਿਹਾ। ਜੀ ਬਿਲਕੁਲ। ਹਾਂਜੀ, ਤੇ ਅਗਰ ਉਹ ਫੜੇ ਜਾਣ ਤਾਂ ਉਹਨਾਂ ਦਾ ਕਿੰਨਾ ਨੁਕਸਾਨ ਹੋਊਗਾ। ਦੇਖੋ ਕਿੰਨੇ ਹੌਸਲੇ ਦੇ ਨਾਲ ਉਹ ਸਟੂਡੀਓ ਦੇ ਵਿੱਚ ਬੜੇ ਹੈਗੇ ਆ ਜੀ। ਹਾਂਜੀ, ਤੇ ਮੈਂ ਤਾਂ ਉਹਨਾਂ ਦੀ ਜੀ ਨਿੰਦਾ ਕਰਦੀ ਆ ਜੀ। ਤਾਂ ਮੈਂ ਸਿਰਫ ਇਸੇ ਹੁਣੇ ਆਪਣੇ ਮਿੱਡਾ ਜੀ ਆਏ ਸਨ, ਹਰਭਜਨ ਕੋ ਆਪਣੇ ਹਰਭਜਨ ਮਿੱਡਾ ਜੀ, ਉਹਨਾਂ ਨੇ ਬਹੁਤ ਵਧੀਆ ਆਪਣੇ ਵਿਚਾਰ ਦਿੱਤੇ। ਬਿਲਕੁਲ ਜੀ। ਹਾਂਜੀ, ਤਾਂ ਮੈਂ ਉਹਨਾਂ ਦੀ ਨਿੰਦਾ ਕਰਦੀ ਆ ਜਿਹੜੇ ਨੁਕਸਾਨ ਕਰਕੇ ਗਏ ਆ, ਕਿਉਂਕਿ ਉਹਨਾਂ ਦਾ ਵੀ ਭਲਾ ਨਹੀਂ ਹੋਣਾ ਜਿਹੜੇ ਏਡਾ ਵੱਡਾ ਹੌਸਲੇ ਦੇ ਨਾਲ ਇੱਥੇ ਕਾਂਚੀ ਟੀਵੀ ਦੇ ਵਿੱਚ ਆ ਗਏ ਆ ਔਰ ਇੰਨੀ ਭੰਨ ਤੋੜ ਕੀਤੀ ਆ। ਤੇ ਦੇਖੋ ਦੇਖ ਨਹੀਂ ਹੁੰਦਾ ਜਿੱਦਾਂ ਉਹ ਭਾਜੀ ਦੱਸ ਰਹੇ ਆ, ਤੇ ਦੇਖੋ ਦੂਸਰੇ ਦਿਨ ਫੇਰ ਇਹ ਟੀਵੀ ਚੱਲਦਾ ਸੀ ਜੀ। ਗੱਲ ਤਾਂ ਇਹ ਆ ਕਿ ਬੰਦ ਤਾਂ ਹੋਇਆ ਨਹੀਂ ਟੀਵੀ, ਇਹ ਹੋਣਾ ਵੀ ਨਹੀਂ ਬੰਦ। ਇਹ ਭੈਣ ਮੇਰੀ ਇਹ ਜਦੋਂ ਹੈ ਨਾ ਸਾਰੇ ਤੁਹਾਡੇ ਵਰਗੇ ਸੂਝਵਾਨ ਲੋਕ ਨਾਲ ਆ, ਸਾਰੀ ਸੰਗਤ ਨਾਲ ਆ, ਸਾਰਾ ਸਮਾਜ ਨਾਲ ਆ, ਤੇ ਇਹ ਕਦੀ ਬੰਦ ਨਹੀਂ ਹੋਣਾ। ਹਾਂਜੀ, ਹੋਣਾ ਵੀ ਨਹੀਂ ਚਾਹੀਦਾ ਬੰਦ, ਕਿਉਂਕਿ ਦੇਖੋ ਇਹਨੂੰ ਕਿੰਨੇ ਦੇਖ ਰਹੇ ਆ ਔਰ ਕਾਂਚੀ ਟੀਵੀ ਦੇਖੋ ਨਾ ਕਿੰਨਾ ਵਧੀਆ ਰੱਖਿਆ ਆ। ਮੈਂ ਤਾਂ ਕਹਿੰਦੀ ਇਹ ਬੁਲੰਦੀਆਂ ਦੇ ਵਿੱਚ ਰਹੇ ਜੀ। ਮੈਂ ਇੱਥੇ 4 ਲਾਈਨਾਂ ਇਹੀ ਕਹਾਂਗੀ ਜੀ ਜੀ ਕਿ ਖੋਟੇ ਬੰਦੇ ਹਮੇਸ਼ਾ ਮਰਿਆਂ ਬਰਾਬਰ ਹੁੰਦੇ। ਹਾਂਜੀ, ਖੋਟੇ ਬੰਦੇ ਹਮੇਸ਼ਾ ਮਰਿਆਂ ਬਰਾਬਰ ਹੁੰਦੇ ਜੀ। ਸੱਚੇ ਬੰਦੇ ਮਰ ਕੇ ਵੀ ਰਹਿੰਦੇ ਨੇ ਜਿਉਂਦੇ। ਜਿਨ੍ਹਾਂ ਨੇ ਹੰਡਾਈਆਂ ਸੋਮੇ ਰੋ ਰੋ ਕੇ ਜੂਨਾ, ਉਹ ਕਦੀ ਵੀ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਉਹ ਕਦੀ ਵੀ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਜੀ। ਹਾਂਜੀ, ਇਹ ਸਾਰਿਆਂ ਦਾ ਦਿਲ ਦੁਖਿਆ ਦੇਖ ਕੇ, ਦਿਲ ਬਹੁਤ ਦੁਖਿਆ। ਹਾਂਜੀ, ਅਸੀਂ ਤਾਂ ਮਨੋਕਾਮਨਾ ਇਹੀ ਕਰਦੇ ਆ ਕਿ ਟੀਵੀ ਚੜ੍ਹਦੀਆਂ ਕਲਾ 'ਚ ਰਵੇ ਤੇ ਸਾਰੇ ਇਹਦੀ ਸਪੋਰਟ ਕਰਦੇ ਰਹੋ, ਤਾਂ ਇਸੇ ਤਰ੍ਹਾਂ ਇਹ ਜੋਤ ਜਗਦੀ ਰਵੇ। ਥੈਂਕ ਯੂ ਭੈਣ ਮੇਰੀ। ਹਾਂਜੀ, ਓਕੇ ਜੀ। ਓਕੇ ਜੀ, ਜੈ ਭੀਮ। ਧੰਨ ਗੁਰਦੇਵ ਜੀ, ਧੰਨ ਗੁਰਦੇਵ, ਜੈ ਭੀਮ ਜੀ। ਇਹ ਤਾਂ ਸਾਡੇ ਵਿਦਿਆ ਜੱਖੂ ਜੀ। ਹਾਂਜੀ, ਦੇਖੋ ਕਿੰਨੀਆਂ ਸੋਹਣੀਆਂ ਉਹਨਾਂ ਨੇ ਗੱਲਾਂ ਕਹੀਆਂ ਆ। ਹਾਂਜੀ, ਕਿ ਕਿੰਨੇ ਜਿੰਨੇ ਵੀ ਇਹ ਹਰਕਤ ਕੀਤੀ ਆ, ਜਿੰਨੇ ਵੀ ਇਹ ਮਾੜਾ ਕੰਮ ਕੀਤਾ ਆ, ਕਿੰਨੇ ਕਰੋੜਾਂ ਲੋਕਾਂ ਦਾ ਦਿਲ ਦੁਖੀ ਹੋਇਆ। ਦਿਲ ਦੁਖਿਆ ਕਰੋੜਾਂ ਲੋਕਾਂ ਦਾ। ਕਈਆਂ ਨੇ ਜਦੋਂ ਦਿਲਾਂ ਦੇ ਵਿੱਚੋਂ ਦਿਲ ਦੁਖੀ ਐਦਾਂ, ਹੁਣ ਆਪਾਂ ਦਿਖਾਲਦੇ ਆ ਕਲਿੱਪ ਦੇਖ ਕੇ, ਹੋਰ ਵੀ ਜ਼ਿਆਦਾ ਦਿਲ ਦੁਖੀ ਹੁੰਦਾ। ਦਿਲ ਦੁਖੀ ਵੀ ਹੁੰਦਾ, ਉਹ ਦਿਲਾਂ ਦੇ ਵਿੱਚੋਂ ਫਿਰ ਕੀ ਆਵਾਜ਼ ਨਿਕਲਦੀ, ਜਿਹੜੀ ਭੜਾਸ ਨਿਕਲਦੀ ਉਹਨਾਂ ਦਿਲਾਂ ਦੇ ਦੁਖੀ ਹੋ ਕੇ ਜਿਹੜੀ ਗੱਲ ਨਿਕਲਦੀ ਆ, ਤਾਂ ਉਹ ਕੀ ਪਤਾ ਹੁੰਦਾ ਕਿ ਇਹਦੀ ਸੱਚ ਹੋ ਜਾਏ। ਬਿਲਕੁਲ ਬਿਲਕੁਲ। ਪਹਿਲਾਂ ਆਪਾਂ ਵੱਧਦੇ ਕੋਲਵਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹਾਂਜੀ, ਹੈਲੋ ਜੀ, ਜੈ ਗੁਰਦੇਵ ਭੈਣ ਜੀ। ਧੰਨ ਗੁਰਦੇਵ ਜੀ। ਸਤਿਆ ਮੈਮੀ ਜੀ। ਹਾਂਜੀ ਹਾਂਜੀ, ਜੀ ਆਇਆਂ ਜੀ, ਆਇਆਂ ਭੈਣ ਜੀ। ਬਾਕੀ ਤਾਂ ਹੁਣ ਦੇਖੋ ਤੇ ਸਾਰੇ ਕਹੀ ਜਾਂਦੇ ਮਾੜਾ ਹੋਇਆ ਮਾੜਾ ਹੋਇਆ ਮਾੜਾ ਹੋਇਆ ਜੀ। ਹੋਇਆ ਤਾਂ ਬਹੁਤ ਮਾੜਾ, ਬਿਲਕੁਲ। ਤੇ ਪਰ ਹੁਣ ਅਸੀਂ ਤੋਂ ਕਦੇ ਕੁਛ ਹੋਰ ਕਰ ਵੀ ਨਹੀਂ ਸਕਦੇ ਜੀ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਕੁਛ ਨਾ ਕੁਛ ਸੇਵਾ ਪਾਈਏ। ਬਿਲਕੁਲ। ਹਾਂਜੀ, ਮੈਂ ਇੱਕ ਸ਼ਬਦ ਵਿੱਚ ਇਹ ਸਾਰਾ ਕੁਛ ਕਹਿਣਾ ਚਾਹੁੰਦੀ ਹਾਂ। ਹਾਂਜੀ, ਕਹੋ। ਤਰ ਜਾਮੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਮਨ ਵਿੱਚੋਂ ਬੈਰ ਕੱਢਦੇ। ਇਹ ਪਾਪੀਆਂ ਨੇ ਸਾਡਾ ਬੈਰ ਕਮਾਇਆ ਹੈਗਾ ਜੀ, ਲੇਕਿਨ ਉਹਦੀ ਸਜ਼ਾ ਸਤਿਗੁਰ ਆਪ ਦੇਣਗੇ। ਮੁੱਕ ਜਾਏ ਸੁੰਦਰ ਸਰੀਰੇ, ਨਜ਼ਰ ਆਉਣੀ ਨਹੀਂ ਤੇਰੀ ਤਸਵੀਰੇ, ਛੱਡ ਜਾਣੇ ਮੇਰੇ ਚੁਬਾਰੇ ਤੇ ਮਨ ਵਿੱਚੋਂ ਬੈਰ ਕੱਢ ਦੇ। ਤਰ ਜਾਵੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਤੇ ਮਨ ਵਿੱਚੋਂ ਬੈਰ ਕੱਢ ਦੇ। ਤੈਨੂੰ ਪੁੱਛਣ ਕਿਸੇ ਵੀ ਸਿਆਣਿਆ, ਨਹੀਂ ਪੁੱਛਣਾ ਕਿਸੇ ਵੀ ਨਿਆਣਿਆ, ਲਾ ਕੇ ਬੈਠ ਗਿਆ ਬੇਕਾਰੀ ਨਾਲ ਜਾਰੀਆਂ, ਮੋਹ ਮਾਇਆ ਲੋਭ ਛੱਡ ਦੇ। ਤਰ ਜਾਵੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਤੇ ਮਨ ਵਿੱਚੋਂ ਬੈਰ ਕੱਢ ਦੇ। ਕਿਸੇ ਸਾਕ ਸੰਬੰਧ ਤੇਰੇ ਕੰਮ ਆਉਣਾ ਨਹੀਂ,
ਗੁਰਾਂ ਦੇ ਪਾਣੀ ਤਿਆ ਕੇ ਕਾਮ ਕ੍ਰੋਧ ਛੱਡ ਦੇ ਤਰ ਜਾਵੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਤੇ ਮਨ ਵਿੱਚ ਬੈਰ ਕੱਢ ਦੇ ਪੰਜ ਦੂਤਾਂ ਨੇ ਤੈਨੂੰ ਹੈ ਘੇਰਾ ਪਾ ਲਿਆ ਕੰਮ ਕਰਦਾ ਏ ਮੇਰੀ ਮੇਰੀ ਪਿਆਰਿਆ ਸਾਧ ਸੰਗ ਦੇ ਵਿੱਚ ਮੈਂ ਬਹਿ ਕੇ ਮਨ ਨੂੰ ਮਨਾ ਲੈ ਤੂੰ ਮਨ ਚੋਂ ਕਰ ਕੱਢ ਦੇ ਤਰ ਜਾਵੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਤੇ ਮਨ ਵਿੱਚ ਬੈਰ ਕੱਢ ਦੇ ਜਦੋਂ ਬੇਗਮ ਪਰੇ ਸ਼ਹਿਰ ਬਸਾਉਣਾ ਏ ਸਾਰੇ ਨਸ਼ਿਆਂ ਨੂੰ ਦੂਰ ਭਜਾਉਣਾ ਏ ਬੇਗਮ ਮੰਡ ਵਾਲਾ ਅੰਮ੍ਰਿਤ ਚੱਲ ਪੀ ਲੈ ਤੇ ਤਰ ਜਾਵੇਗਾ ਗੁਰਾਂ ਦੀ ਬਾਣੀ ਪੜ੍ਹ ਕੇ ਤੇ ਮਨ ਵਿੱਚ ਬੈਰ ਕੱਢ ਦੇ ਦੇਖੋ ਜੀ ਜਿਹੜੀ ਪਾਪੀਆਂ ਨੇ ਪਾਪ ਕੀਤਾ ਬੈਰ ਸਦਾ ਕਮਾਇਆ ਆ ਜੀ ਤੇ ਉਹਨਾਂ ਨੂੰ ਸੋਝੀ ਆ ਜਾਣੀ ਚਾਹੀਦੀ ਹੈ ਕਿ ਗੁਰੂ ਨਾਲ ਟੱਕਰ ਲਾ ਕੇ ਕਦੀ ਵੀ ਕੋਈ ਤਰਿਆ ਨਹੀਂ ਜੀ ਬਿਲਕੁਲ ਤੇ ਬਹੁਤਾ ਕੁਛ ਨਾ ਕਹਿੰਦੀ ਹੋਈ ਬਾਕੀ ਸਾਰੀ ਸਾਧ ਸੰਗਤ ਜੋ ਕੁਛ ਕਹਿਣਾ ਕਹੀ ਜਾਂਦੀ ਆ ਪਰ ਕਹਿਣਾ ਬਣਦਾ ਵੀ ਆ ਸਾਡਾ ਤੇ ਪਰ ਜੇਕਰ ਉਹਨਾਂ ਤੇ ਕੋਈ ਅਸਰ ਪੈ ਜਾਵੇ ਤਾਂ ਜੀ ਜੈ ਗੁਰਦੇਵ ਤੇ ਧੰਨ ਗੁਰਦੇਵ ਜੀ ਧੰਨ ਗੁਰਦੇਵ ਬਾਕਿਆ ਹੀ ਦਿਲਾਂ ਦੇ ਵਿੱਚੋਂ ਜੇ ਬੈਰ ਨਿਕਲ ਜਾਵੇ ਤਾਂ ਫੇਰ ਇਹੋ ਜਿਹੇ ਕੰਮ ਨਹੀਂ ਹੁੰਦੇ ਫੇਰ ਤੇ ਨਹੀਂ ਹੁੰਦੇ ਤਾਂ ਆਪਾਂ ਇਹ ਵੀ ਨਾਲ ਨਾਲ ਕਹਿੰਦੇ ਆ ਜੇ ਕਿਸੇ ਨੇ ਸੇਵਾ ਦੇਣੀ ਆ ਹਾਂਜੀ ਇਹਨੂੰ ਰਿਪੇਅਰ ਕਰਾਉਣੇ ਦੀ ਜਾਂ ਕਿਸੇ ਨੇ ਆਪਣਾ ਦਾਨ ਕਰਨਾ ਹੋਵੇ ਤਾਂ ਉਹ ਵੀ ਤੁਸੀਂ ਲਿਖਾ ਸਕਦੇ ਆ ਤਾਂ ਪਰ ਇਹੋ ਜਿਹੇ ਪ੍ਰੋਗਰਾਮ ਜਿਹੜੇ ਸਪੈਸ਼ਲ ਪ੍ਰੋਗਰਾਮ ਹੁੰਦੇ ਆ ਬੜੇ ਜਿਗਰੇ ਨਾਲ ਕਰਨੇ ਪੈਂਦੇ ਹਾਂਜੀ ਆਸ਼ਾ ਜੀ ਜਦੋਂ ਆਪਾਂ ਇਹੋ ਜਿਹਾ ਪ੍ਰੋਗਰਾਮ ਕਰਦੇ ਆ ਹਾਂਜੀ ਬੜਾ ਮਨ ਨੂੰ ਜਿੱਦਾਂ ਕਹਿ ਦੋ ਵੀ ਦੁਖੀ ਹਿਰਦੇ ਦੇ ਨਾਲ ਆਪਾਂ ਕਰਦੇ ਦੁਖੀ ਹਿਰਦੇ ਨਾਲ ਕਿਉਂਕਿ ਬਣੀਆਂ ਬਣਾਈਆਂ ਚੀਜ਼ਾਂ ਨੂੰ ਹਾਂਜੀ ਜਿਹੜਾ ਇਹੋ ਜਿਹਾ ਨੁਕਸਾਨ ਕਰਨਾ ਜੀ ਚੰਗੀ ਗੱਲ ਨਹੀਂ ਹੈਗੀ ਨਾ ਬਿਲਕੁਲ ਮਾੜੀ ਗੱਲ ਆ ਇਦਾਂ ਦੀ ਸੋਚ ਵੀ ਨਹੀਂ ਰੱਖਣੀ ਚਾਹੀਦੀ ਜੇ ਨੁਕਸਾਨ ਹੋਇਆ ਆ ਹੁਣ ਜਿਹੜਾ ਦੁਬਾਰਾ ਸੈੱਟ ਕੀਤਾ ਆ ਇਹ ਤਾਂ ਹੁਣ ਸਾਨੂੰ ਪਤਾ ਅਸੀਂ ਕਿੱਦਾਂ ਕੀਤਾ ਹਾਂਜੀ ਬਿਲਕੁਲ ਇਹ ਸੌਖਾ ਕੰਮ ਨਹੀਂ ਹੈਗਾ ਪਰ ਉਹ ਨਹੀਂ ਤਾਂ ਇਦਾਂ ਕਰਕੇ ਸੱਟ ਗਏ ਵੀ ਇਹ ਹੁਣ ਇਹ ਖਰਾਬ ਕਰ ਗਏ ਆ ਅਸੀਂ ਤੋੜ ਭੰਨ ਕਰ ਗਏ ਆ ਤਾਂ ਇਹ ਦੁਬਾਰਾ ਨਹੀਂ ਇਦਾਂ ਇਹ ਕਰ ਸਕਦੇ ਮੋਰੇ ਵੀਕਐਂਡ ਆ ਗਈ ਸੀਗੀ ਹਾਂਜੀ ਪਹਿਲਾਂ ਆਪਾਂ ਵੱਧ ਕੋਲਵਾਲ ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ ਜੀ ਹੈਲੋ ਜੀ ਹਾਂਜੀ ਜੈ ਗੁਰਦੇਵ ਜੀ ਚਰਜੀ ਸਿਮਕ ਵੱਲੋਂ ਸਾਡੀ ਦੋਹਾਂ ਭੈਣਾਂ ਨੂੰ ਧੰਨ ਗੁਰਦੇਵ ਜੀ ਧੰਨ ਗੁਰਦੇਵ ਜੀ ਤੇ ਕਿਉਂਕਿ ਸਾਨੂੰ ਜਿਹੜਾ ਜੋ ਵੀ ਕੁਝ ਹੋਇਆ ਹੈਗਾ ਬਹੁਤ ਹੀ ਵੀ ਦੇਖ ਕੇ ਤੇ ਸੁਣ ਕੇ ਵੀ ਜਿੱਦਾਂ ਦੁੱਖ ਲੱਗਾ ਹੈਗਾ ਜੀ ਤੇ ਨਾਲ ਇਹ ਵੀ ਹੈਗਾ ਵੀ ਅਸੀਂ ਮੈਂ ਧੰਨਵਾਦ ਕਰਨਾ ਚਾਹੁੰਦਾ ਹੈ ਜਿੱਦਾਂ ਮੈਨੂੰ ਪਤਾ ਲੱਗਾ ਹੈ ਬੰਗਾ ਸਾਹਿਬ ਤੇ ਰਾਜ ਬੰਗਰ ਮੋਮੀ ਸਾਹਿਬ ਤੇ ਹੋਰ ਆਪਣੇ ਰਾਜ ਰੰਧਾਵਾ ਸਾਰਿਆਂ ਨੇ ਕਿਤੇ ਸਾਰੀ ਰਾਤ ਜੋ ਮਿਹਨਤ ਕਰਕੇ ਜਿਹੜਾ ਵੀ ਟੀਵੀ ਚਾਲੂ ਕੀਤਾ ਹੈਗਾ ਤੇ ਫਿਰ ਬਾਅਦ ਦੇਖ ਲਓ ਵੀ ਸੰਗਤਾਂ ਵੀ ਦੱਸ ਰਹੇ ਹੈਗੇ ਆ ਤੇ ਸੰਗਤਾਂ ਵੀ ਜਿਹੜੀਆਂ ਆਪਾਂ ਨੂੰ ਹੌਸਲਾ ਅਫਜ਼ਾਈ ਕਰ ਰਹੀਆਂ ਹੈਗੀਆਂ ਜੀ ਤੇ ਸਾਰਿਆਂ ਦਾ ਵੀ ਅਸੀਂ ਮੈਂ ਧੰਨਵਾਦ ਕਰਦੇ ਹਾਂ ਤੇ ਨਾਲੇ ਸਤਿਗੁਰਾਂ ਦਾ ਵੀ ਜਿਹਨਾਂ ਦੇ ਨਾਂ ਤੇ ਇਹ ਵੀ ਚੈਨਲ ਚਲਾ ਰਹੇ ਹੈਗੇ ਆ ਤੇ ਆਪਾਂ ਸਾਰੇ ਸੇਵਾ ਦੋ ਜਿੰਨੇ ਵੀ ਹੁੰਦੇ ਆਪਾਂ ਸੇਵਾ ਕਰ ਰਹੇ ਹੈਗੇ ਆ ਤੇ ਇਹੀ ਬੇਨਤੀ ਕਰਦੇ ਹਾਂ ਵੀ ਜਿੱਦਾਂ ਅੱਗੇ ਅਸੀਂ ਨਾਲ ਜੁੜੇ ਇੱਕ ਦੂਸਰੇ ਦੇ ਇਦਾਂ ਹੀ ਜਿਹੜੇ ਦੇਖਣ ਵਾਲਿਆਂ ਸਾਰਿਆਂ ਨੂੰ ਇਦਾਂ ਹੀ ਆਪਾਂ ਵੀ ਇਕੱਠੇ ਹੋ ਕੇ ਜਿਹੜਾ ਕੋਈ ਵੀ ਮੁਸੀਬਤ ਆਉਂਦੀ ਆ ਉਹਦਾ ਆਪਣਾ ਵੀ ਮੁਸੀਬਤ ਦਾ ਜਿਹੜਾ ਹੈਗਾ ਆਪਾਂ ਸਾਹਮਣਾ ਕਰੀਏ ਰਲ ਮਿਲ ਕੇ ਜਿਹੜਾ ਕੋਈ ਵੀ ਕਹਿੰਦੇ ਮਸਲਾ ਕੋਈ ਵੀ ਆਪਾਂ ਮੁਰੇ ਨਹੀਂ ਟਿਕ ਸਕਦਾ ਹੈਗਾ ਤੇ ਮਹਾਰਾਜ ਦਾ ਆਸ਼ੀਰਵਾਦ ਲਓ ਕਾਂਚੀ ਟੀਵੀ ਨਾਲ ਜੁੜੇ ਰਹੋ ਤੇ ਪ੍ਰਭੂ ਪਰਮਾਤਮਾ ਦੇ ਸਤਿਗੁਰਾਂ ਦੇ ਸਾਰੇ ਮਹਾਂਪੁਰਸ਼ਾਂ ਦੇ ਗੁਣ ਗਾਓ ਜਿੱਦਾਂ ਹੈਗਾ ਤੇ ਜ਼ਰੂਰੀ ਆਪਾਂ ਨੂੰ ਸਫਲਤਾ ਮਿਲੂਗੀ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਹੈਗਾ ਤੇ ਧੰਨਵਾਦ ਕਰਨਾ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੀ ਧੰਨ ਗੁਰਦੇਵ ਇਹ ਤਾਂ ਸਾਡੇ ਵੀਰ ਜੀ ਚਰਨਜੀਤ ਸਮਕ ਜੀ ਹਾਂਜੀ ਬ੍ਰੈਡਫੋਰਡ ਤੋਂ ਜੀ ਜਿਨ੍ਹਾਂ ਨੇ ਆਪਣੇ ਪਾਵਨ ਬਚਨਾਂ ਦੇ ਰਾਹੀਂ ਸੰਦੇਸ਼ਾ ਦਿੱਤਾ ਆ ਕਿ ਜਦੋਂ ਆਪਾਂ ਸੱਚ ਦੇ ਨਾਲ ਰਲ ਕੇ ਚੱਲਦੇ ਆ ਤਾਂ ਫਿਰ ਕੋਈ ਅੱਗੇ ਇਹੋ ਜਿਹਾ ਵਿਰੋਧੀ ਖੜ ਨਹੀਂ ਸਕਦੇ ਹਾਂਜੀ ਕਿਉਂਕਿ ਸਤਿਗੁਰਾਂ ਦੀ ਮਹਿਮਾ ਜਿਹੜੀ ਆ ਉਹਦੇ ਵਿੱਚ ਬਹੁਤ ਤਾਕਤ ਆ ਨਾਲੇ ਕਾਂਚੀ ਟੀਵੀ ਤਾਂ ਹੱਕ ਤੇ ਸੱਚ ਦੀ ਗੱਲ ਕਰਦਾ ਆ ਕਿਸੇ ਵੀ ਧਰਮ ਨੂੰ ਬੁਰਾ ਨਹੀਂ ਕਹਿੰਦਾ ਹਰ ਇੱਕ ਧਰਮ ਦਾ ਇਨਸਾਨ ਇੱਥੇ ਆ ਕੇ ਆਪਣੇ ਪਾਵਨ ਬਚਨ ਆਪਣੇ ਗੁਰੂ ਦੀ ਉਸਤਤ ਕਰ ਸਕਦੇ ਹਨ ਤੇ ਪਹਿਲਾਂ ਵਾਧੇ ਆਪਾਂ ਕੋਲਵਾਲ ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ ਹੈਲੋ ਜੀ ਹਾਂਜੀ ਜੈ ਗੁਰਦੇਵ ਤੁਹਾਨੂੰ ਦੋਹਾਂ ਭੈਣਾਂ ਨੂੰ ਮੈਂ ਸੋਮ ਪ੍ਰਕਾਸ਼ ਲਗਾ ਬੋਲਦਾ ਜੀ ਧੰਨ ਗੁਰਦੇਵ ਜੀ ਧੰਨ ਗੁਰਦੇਵ ਕੌਣ ਬੋਲਦੇ ਹੋ ਸੋਮ ਪ੍ਰਕਾਸ਼ ਲਗਾ ਬੋਲਦਾ ਜੀ ਅੱਛਾ ਜੀ ਤੁਹਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆ ਹਾਂਜੀ ਦਿਲ ਤਾਂ ਉਹਦਾ ਫਰੈਡੇ ਦਾ ਬਹੁਤ ਖਰਾਬ ਹੋ ਗਿਆ ਵੀ ਲੋਕਾਂ ਨੂੰ ਲੱਭਦਾ ਪਤਾ ਨਹੀਂ ਕੀ ਇਹ ਨੁਕਸਾਨ ਕਰਕੇ
ਹਾਂਜੀ ਇਹ ਆਦਮੀ ਵਾਲੇ ਕੰਮ ਨਹੀਂ ਕਰਦੇ, ਲੋਕੀ ਜਿਹੜੇ ਇਦਾਂ ਦੇ ਹੈਗੇ ਆ ਇਹ ਜੀ ਹਾਂਜੀ, ਇਹਨਾਂ ਦੀ ਕੋਈ ਜਾਤ ਪਾਤ ਨਹੀਂ ਇਹਨਾਂ ਦੀ ਹਾਂਜੀ। ਇਹ ਆਪਣੇ ਚ ਤਾਂ ਇਹਨੇ ਜ਼ਿਆਦਾ ਕੀਤਾ ਸੀਗਾ ਵੀ ਇਹ ਖਰਾਬ ਹੋਊਗਾ ਕੰਮ ਜੀ, ਪਰ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਉਹਦਾ ਫੇਰ ਵੀ 2-4 ਘੰਟੇ ਹਾਂਜੀ ਇਲਾਕੇ ਤਾਂ ਹੋ ਗਿਆ ਕੰਮ ਵੈਸੇ ਇੰਨਾ ਲੋਕਾਂ ਨੇ ਡਿਸਟਰਬ ਨਹੀਂ ਬਹੁਤੇ ਹੋਏ ਵੇ ਜੀ ਹਾਂਜੀ। ਤੇ ਮੈਂ ਕੱਲ ਨੂੰ ਨਾ ਆਣ ਕੇ ਤੇ ਮੈਂ 350 ਪਾਉਂਡ ਦੇ ਕੇ ਜਾਊਂਗਾ। ਥੈਂਕ ਯੂ ਜੀ ਬਹੁਤ ਬਹੁਤ ਹਾਂਜੀ ਪਰਮਾਤਮਾ। ਓਕੇ ਜੈ ਗੁਰਦੇਵ। ਧੰਨ ਗੁਰਦੇਵ ਜੀ, ਧੰਨ ਗੁਰਦੇਵ ਜੀ। ਇਹ ਸਾਡੇ ਸੋਮ ਪ੍ਰਕਾਸ਼ ਲਤਾ ਜੀ, ਇਹਨਾਂ ਨੇ 350 ਪਾਉਂਡ ਕਾਂਚੀ ਟੀਵੀ ਨੂੰ ਸੇਵਾ ਦਿੱਤੀ ਆ। ਸਤਿਗੁਰ ਇਹਨਾਂ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ। ਜਿਨ੍ਹਾਂ ਖਜ਼ਾਨਿਆਂ ਦੇ ਵਿੱਚੋਂ ਇਹ ਸੇਵਾ ਆਈ ਆ ਉਹ ਹਮੇਸ਼ਾ ਖਜ਼ਾਨੇ ਭਰਪੂਰ ਰਹਿਣ ਤੇ ਹਮੇਸ਼ਾ ਹੀ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ ਸਤਿਗੁਰ ਤੇ ਖੁਸ਼ੀਆਂ ਖੇੜੇ ਬਖਸ਼ੇ ਜੀ ਤੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ। ਹਾਂਜੀ ਆਸ਼ਾ ਜੀ ਹਾਂਜੀ, ਇਹ ਤਾਂ ਏਦਾਂ ਉਹਨੇ ਕੀਤੀ ਆ ਨਾ, ਜਿੱਦਾਂ ਕਹਿੰਦੇ ਹੁੰਦੇ ਟਾਹਣੀਆਂ ਟੁੱਟ ਕੇ ਨਦੀ ਵਿੱਚ ਡਿੱਗੇ ਪੱਤੇ ਨੂੰ ਇੱਕੋ ਹੀ ਕੰਮ ਆਉਂਦਾ ਆ ਤੇ ਉਹ ਆ ਪੂਰੀ ਸਿਦਕ ਦੇ ਨਾਲ ਆਖਰੀ ਦਮ ਤੱਕ ਜਾਣਾ ਜੀ। ਅਸੀਂ ਪੂਰੀ ਸਿਦਕ ਨਾਲ ਲੱਗੇ ਆ ਤੇ ਅਸੀਂ ਇਹ ਜਿੰਨੇ ਚੱਕ ਸਾਡੇ ਚ ਦਮ ਆ ਅਸੀਂ ਨਾਲ ਤੁਰੇ ਰਹਿਣਾ ਹੈ, ਕਿਉਂਕਿ ਇਹ ਸਾਡੇ ਗੁਰੂਆਂ ਦੇ ਨਾਂ ਤੇ ਆ। ਕਾਂਚੀ ਟੀਵੀ ਆ ਇਹ। ਅਸੀਂ ਇਦਾਂ ਨਹੀਂ ਜੇ ਕੋਈ ਚਾਹੁੰਦਾ ਆ ਇਦਾਂ ਦੀ ਹਰਕਤ ਕਰਨਾ, ਉਹ ਆਪਣੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪ ਹੀ ਉਹਨਾਂ ਨੂੰ ਨਜਿੱਠਣਗੇ। ਨਾਲੇ ਇਦਾਂ ਆ ਆਸ਼ਾ ਜੀ ਵੀ ਜਿਹੜਾ ਵੀ ਕੋਈ ਚਾਹੁੰਦਾ ਆ ਇਹੋ ਜਿਹੀਆਂ ਹਰਕਤਾਂ ਕਰਨੀਆਂ ਸਾਹਮਣੇ ਬੈਠ ਕੇ ਕਰ ਲਓ। ਕੋਈ ਗਿੱਲਾ ਵਿਸ਼ਵਾ ਹੈਗਾ ਆ, ਕੋਈ ਰੋਸਾ ਹੈਗਾ ਆ। ਜਿਹੜੇ ਇਹ ਕੰਮ ਕਰਦੇ ਆ ਨਾ ਉਹਨਾਂ ਦੇ ਵਿੱਚ ਸਾਹਮਣੇ ਆਉਣ ਦੀ ਹਿੰਮਤ ਹੀ ਨਹੀਂ ਹੁੰਦੀ ਜੀ। ਬਿਲਕੁਲ ਉਹ ਬੁਰੇ ਹੁੰਦੇ ਆ ਨਾ। ਬਿਲਕੁਲ ਬੁਰਾ ਜਿਹੜਾ ਇਨਸਾਨ ਆ ਉਹ ਕਦੀ ਕਿਸੇ ਦੇ ਸਾਹਮਣੇ ਨਹੀਂ ਆਊਗਾ ਜੀ। ਉਹਦਾ ਜਿਹੜਾ ਜ਼ਮੀਰ ਹੁੰਦਾ ਆ ਮੈਂ ਤਾਂ ਕਹਿੰਦੀ ਉਹ ਮਰ ਗਿਆ ਹੋਊਗਾ ਜੀ, ਜਿਹੜਾ ਉਹਨੇ ਇਹ ਹਰਕਤ ਕੀਤੀ ਆ। ਨਹੀਂ ਤਾਂ ਜਿਹੜਾ ਬੰਦਾ ਸਹੀ ਇਨਸਾਨੀਅਤ ਜਿਹਦੇ ਵਿੱਚ ਹੈਗੀ ਆ ਉਹ ਤਾਂ ਇਦਾਂ ਦੀ ਗੱਲ ਸੋਚਦਾ ਹੀ ਨਹੀਂ, ਨਾ ਉਹਨੂੰ ਲੋੜ ਹੀ ਆ। ਬਿਲਕੁਲ ਬਿਲਕੁਲ। ਨਾਲੇ ਇਦਾਂ ਹੁੰਦੀ ਆ ਵੀ ਜੇ ਕਿਸੇ ਨਾਲ ਗੁੱਸਾ ਗਿੱਲਾ ਹੈਗਾ ਸਾਹਮਣੇ ਬੈਠ ਕੇ ਗੱਲਬਾਤ ਕਰ ਲਓ। ਸਾਹਮਣੇ ਬੈਠ ਕੇ ਕਰਨੇ ਦੇ ਨਾਲ ਇੱਕ ਦੂਜੇ ਦਾ ਪਿਆਰ ਵੱਧ ਜਾਂਦਾ, ਨਾਲ ਗੱਲਬਾਤ ਹੋ ਜਾਂਦੀ ਆ, ਨਾਲੇ ਪ੍ਰੋਬਲਮ ਸੌਟ ਹੋ ਜਾਂਦੀ ਆ ਨਾ। ਹਾਂ, ਜਿਹੜੀ ਤਕਲੀਫ ਆ ਤੁਸੀਂ ਹਿੰਮਤ ਕਰੋ, ਸਾਡੇ ਸਾਹਮਣੇ ਆਵੋ, ਤੁਹਾਡੇ ਨਾਲ ਸਾਰੇ ਗੱਲ ਕਰਨਗੇ ਜਿੰਨਾ ਵੀ ਤੁਸੀਂ ਗੱਲ ਕਰਨੀ ਚਾਹੁੰਦੇ ਆ। ਪਰ ਤੁਸੀਂ ਇਹ ਜਿਹੜੀ ਹਰਕਤ ਕੀਤੀ ਹੈ ਇਹ ਤਾਂ ਬਹੁਤ ਭੈੜੀ ਆ। ਜਿੱਦਾਂ ਇਦਾਂ ਦੀ ਸੋਚ, ਇਹ ਤਾਂ ਉਹੀ ਗੱਲ ਹੋ ਗਈ ਜਿੱਦਾਂ ਆਪਾਂ ਕਹਿੰਦੇ ਹੁੰਦੇ ਆ ਮਨੂਵਾਦੀ ਜਿਹੜੀਆਂ ਲੋਕਾਂ ਦੀ ਸੋਚ ਹੈ, ਇਹ ਤਾਂ ਉਹੀ ਸੋਚ ਲੈ ਕੇ ਆ ਗਏ ਆ। ਉਹੀ ਆਪਾਂ ਗੱਲ ਕਰਦੇ ਆਂ ਵੀ ਨਾਲੇ ਸੁਣਨੇ ਵਾਲਿਆਂ ਤੇ ਦੇਖਣ ਵਾਲਿਆਂ ਨੂੰ ਵੀ ਪੁੱਛਦੇ ਆਂ ਆਪਾਂ ਕਿ ਤੁਸੀਂ ਦੱਸੋ ਵੀ ਇਹਦਾ ਕੀ ਹੈ, ਮਨੂਵਾਦੀ ਸੋਚ ਆ ਇਹ ਜਾਂ ਕੋਈ ਮਾੜੀ ਸੋਚ ਦੇ ਨਾਲ ਇਨਸਾਨ ਇਹੋ ਜਿਹਾ? ਮਾੜੀ ਸੋਚ, ਉਹ ਵੀ ਤਾਂ ਮਾੜੀ ਸੋਚ ਹੀ ਆ। ਹਜੇ ਤੱਕ ਵੀ ਮਨੂਵਾਦੀ ਸੋਚ ਗਈ ਨਹੀਂ। ਇੰਨੇ ਰਹਿਬਰ ਆਏ ਆ ਮਨੂਵਾਦੀ ਸੋਚ ਨੂੰ ਖਤਮ ਕਰਨੇ ਨੂੰ। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਏ ਆ, ਬਾਬਾ ਸਾਹਿਬ ਆਏ ਆ, ਗੁਰੂ ਨਾਨਕ ਜੀ ਆਏ ਆ। ਇਹ ਮਨੂਵਾਦੀ ਸੋਚ ਨੂੰ ਖਤਮ ਕਰਨ ਵਾਸਤੇ ਹਜੇ ਤਾਂ ਇਹ ਹੋਈ ਨਹੀਂ ਸੋਚ ਖਤਮ। ਪਤਾ ਨਹੀਂ ਫਿਰ ਕੀ ਉਹਨਾਂ ਤੋਂ ਆਪਾਂ ਸਿੱਖਿਆ ਲੈਂਦੇ ਆ ਗੁਰੂਆਂ ਦੀ ਬਾਣੀ ਤੋਂ। ਉਹ ਤਾਂ ਨਹੀਂ ਖਤਮ ਹੁੰਦੀ ਕਰਕੇ ਉਹ ਪਤਾ ਕੀ ਆ, ਪਹਿਲੀ ਗੱਲ ਤਾਂ ਉਹ ਦਿਖਾਵਾ ਕਰਦੇ ਆ ਜੀ ਵੀ ਅਸੀਂ ਇਹਨਾਂ ਨੂੰ ਮੰਨਦੇ ਆ ਉਹਨਾਂ ਨੂੰ ਮੰਨਦੇ ਆ। ਉਹ ਸਿਰਫ ਦਿਖਾਵਾ ਕਰਦੇ। ਜੇ ਉਹ ਸੱਚੇ ਮਨ ਨਾਲ ਮੰਨਦੇ ਆ ਤਾਂ ਫਿਰ ਇਦਾਂ ਹੋ ਹੀ ਨਹੀਂ ਸਕਦੀ। ਠੀਕ ਹੈ, ਪਹਿਲਾਂ ਆਪਾਂ ਬਾਅਦ ਦੇ ਕੋਲਵਾਲ। ਠੀਕ ਹੈ, ਤੇ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਜੀ। ਹਾਂਜੀ ਜੀ, ਕੌਣ ਤੇ ਕਿੱਥੋਂ ਬੋਲਦੇ ਹੋ? ਮੈਂ ਪਿਆਰੀ ਮੱਲ ਬੋਲਦੀ ਆ। ਹਾਂਜੀ, ਪਿਆਰੀ ਮੱਲ ਬੋਲਦੀ ਆ। ਅੱਛਾ ਜੀ। ਦੋਨਾਂ ਭੈਣਾਂ ਨੂੰ ਮੇਰੀ ਪਿਆਰ ਭਰੀ ਜੈ ਭੀਮ। ਜੈ ਗੁਰਦੇਵ। ਧੰਨ ਗੁਰਦੇਵ ਜੀ। ਧੰਨ ਗੁਰਦੇਵ, ਜੈ ਭੀਮ ਜੀ। ਕਿੱਥੋਂ ਭੈਣ ਜੀ ਜਿਹੜਾ ਹੈਪਨ ਹੋਇਆ ਨਾ ਇਹਦਾ ਦੇਖ ਕੇ ਬਹੁਤ ਦੁੱਖ ਲੱਗਾ। ਕਿੱਥੋਂ ਬੋਲਦੇ ਭੈਣ ਜੀ? ਬਲਵੰਤ। ਇਹ ਜਿਹੜੇ ਨਾ ਕੰਮ ਕਰਦੇ ਆ ਇਦਾਂ ਦੇ ਬੰਦੇ, ਹਾਂਜੀ, ਕਿੱਥੋਂ ਪੈਦਾ ਹੋ ਜਾਂਦੇ ਇਦਾਂ ਦੇ ਕੰਮ ਕਰਨ ਵਾਲੇ? ਦੇਖ ਲਓ ਜੀ, ਦੇਖ ਲਓ। ਦੇਖੋ ਤੁਸੀਂ ਇਹ ਜਿਹੜੇ ਇਦਾਂ ਦੇ ਕੰਮ ਆ ਭੈਣ ਜੀ, ਇਹ ਜਿਹੜੇ ਕਰਦੇ ਆ ਨਾ ਬਹੁਤ ਜਾਣੀ ਕਿ ਬੁਰਾ ਕੰਮ ਕਰਦੇ। ਇਹ ਵੀ ਸੋਚਦੇ ਵੀ ਅਸੀਂ ਚੰਗਾ ਕਰਦੇ, ਪਰ ਇਹਨਾਂ ਲਈ ਬਹੁਤ ਬੁਰਾ ਹੋਣਾ ਕੰਮ। ਜਿਹੜਾ ਇਹ ਕਾਂਚੀ ਟੀਵੀ ਨੂੰ ਕੁਝ ਹੋਇਆ, ਕਾਂਚੀ ਟੀਵੀ ਨੂੰ ਕੁਝ ਨਹੀਂ ਹੋਣਾ, ਇਹ ਚੱਲਦਾ ਹੀ ਰਹਿਣਾ ਜੀ। ਬਿਲਕੁਲ ਹੈ। ਇਹ ਕਹਿੰਦੇ ਹੁੰਦੇ ਆ ਸਾਰਿਆਂ ਦੀ ਇਹਦੇ ਵਿੱਚ ਤੇ ਆ ਪਿਆਰ ਆ, ਮੁਹੱਬਤ ਆ, ਸਾਰਿਆਂ ਨੂੰ ਖਬਰਾਂ ਮਿਲਦੀਆਂ, ਫਿਲਮਾਂ ਦੇਖਦੇ ਆ, ਸਿਆਣੇ ਬੈਠੇ ਅੰਦਰ ਟਾਈਮ ਪਾਸ ਕਰਦੇ ਆ ਜੀ। ਤਾਂ ਇਹ ਬਹੁਤ ਸੋਹਣੀ ਚੀਜ਼ ਆ। ਆਪਣਾ ਮਸੀ ਦਾ ਇੱਕ ਇਹ ਚੱਲਿਆ ਮੀਡੀਆ। ਹਾਂਜੀ, ਇੱਕੋ ਇੱਕ ਮੀਡੀਆ। ਹਾਂਜੀ, ਇਹ ਜਿਹੜੇ ਹੁਣ ਆਪਾਂ ਇਹ ਚਲਾਏ ਆ, ਇਹ ਆਪਾਂ ਨੂੰ ਪਤਾ ਇਹ ਕਿੱਦਾਂ ਚੱਲਦੇ ਆ, ਕਿੰਨੇ ਮੁਸ਼ਕਲਾਂ ਨਾਲ ਚੱਲਦੇ ਆ ਜੀ। ਇਹ ਜਿਹੜੇ ਸਟੇਡੀਅਮ ਬਣਾਉਣੇ ਜਾਂ ਇਹ ਆਪਣੇ ਟੈਲੀਵਿਜ਼ਨ ਚਲਾਉਣੇ, ਇਹ ਕੋਈ ਖੇਲ ਨਹੀਂ ਹੈਗੀ। ਕਿੰਨੀ ਮਿਹਨਤ ਕਰਨੀ ਪੈਂਦੀ ਆ, ਕਿੰਨੀ ਲੋਕਾਂ ਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਜੀ ਕਿ ਅਸੀਂ ਆਹ ਕੰਮ ਕਰਨਾ ਆ, ਸਾਡੀ ਹੈਲਪ ਕਰੋ। ਹੈ
ਤਾਂ ਇਹ ਹੁਣ ਤੁਸੀਂ ਵੀ ਕੀਤਾ, ਅਸੀਂ ਵੀ ਕਰਦੇ ਆ ਇਹ ਕੰਮ। ਸਾਨੂੰ ਪਤਾ ਆ ਵੀ ਇਹਨਾਂ ਚੀਜ਼ਾਂ ਤੇ ਕਿੰਨਾ ਪੈਸਾ ਲੱਗਦਾ ਜੀ, ਕਿੰਨੀ ਮਿਹਨਤ ਹੁੰਦੀ ਆ ਜੀ। ਤਾਂ ਇਹ ਜਿਹੜੇ ਇਦਾਂ ਦੇ ਕੰਮ ਕਰਦੇ ਆ ਪਰ ਉਹਨਾਂ ਨੂੰ ਇਹ ਕਰਨੇ ਨਹੀਂ ਚਾਹੀਦੇ ਹੈਗੇ। ਤਾਂ ਚਲੋ ਇਹ ਜਿਹੜਾ ਆਪਣਾ ਟੀਵੀ ਹੈ ਤੇ ਚੱਲਦਾ ਹੀ ਰਹਿਣਾ ਆ ਜੀ। ਜਿਹੜੇ ਉਹ ਇਦਾਂ ਦੇ ਕੰਮ ਕਰਦੇ ਉਹਨਾਂ ਦਾ ਕੁਝ ਨਹੀਂ ਬਣਨਾ ਜੀ ਜੀ ਜੀ। ਇਦਾਂ ਦੇ ਕੰਮ ਹੋਣੇ ਨਹੀਂ ਚਾਹੀਦੇ, ਕਰਨੇ ਨਹੀਂ ਚਾਹੀਦੇ। ਉਦਾਂ ਬਹਿ ਕੇ ਤੁਸੀਂ ਗੱਲਬਾਤ ਕਰ ਲਓ ਜੇ ਤੁਹਾਡੇ ਕੋਲ ਜਾਇਜ਼ ਆ ਜਾਂ ਕਿੱਦਾਂ ਆ। ਹਾਂਜੀ, ਕੋਈ ਇੰਨਾ ਨੁਕਸਾਨ ਕਰਕੇ ਉਹਨਾਂ ਨੂੰ ਕੀ ਮਿਲਣਾ? ਕੁਝ ਮਿਲਣਾ ਉਹਨਾਂ ਨੂੰ? ਮਿਲਣਾ ਤਾਂ ਕੁਛ ਨਹੀਂ, ਬਸ ਉਹਨਾਂ ਦੀ ਸੋਚ ਇਦਾਂ ਦੀ ਆ, ਰੱਬ ਭੁੱਲੀ ਬੈਠੇ ਆ। ਇਦਾਂ ਦੀ ਆ, ਰੱਬ ਉਹਨਾਂ ਨੂੰ ਚੇਤੇ ਨਹੀਂ ਹੈਗਾ। ਉਹ ਬਸ ਐਵੇਂ ਹੀ ਇਦਾਂ ਦੀਆਂ ਚੀਜ਼ਾਂ ਤੇ ਡੁੱਲੀ ਫਿਰਦੇ ਆ ਵੀ ਅਸੀਂ ਨੁਕਸਾਨ ਕਰਕੇ ਖਰੇ ਕੀ ਪਾ ਲੈਣਾ, ਕੀ ਪਾ ਲੈਣਾ ਹੈ। ਪਰ ਪਾਉਣਾ ਪੂਣਾ ਜਿਹੜੇ ਉਹ ਆਪ ਕਰਦੇ ਆ ਕਿ ਆਪਣੇ ਧੀਆਂ ਪੁੱਤਾਂ ਦਾ ਵੀ ਮਾੜਾ ਕਰਦੇ ਆ। ਜਿਹੜੇ ਇਦਾਂ ਦੇ ਇਨਸਾਨ ਹੁੰਦੇ ਆ ਉਹਨਾਂ ਦੇ ਗਾਹਾਂ ਧੀਆਂ ਪੁੱਤਾਂ ਨੂੰ ਭੁਗਤਣੀਆਂ ਪੈਂਦੀਆਂ ਆ। ਮਿਲਣਾ ਉਹਨਾਂ ਨੂੰ ਕੁਛ ਨਹੀਂਗਾ, ਹਾਸਲ ਕੁਛ ਨਹੀਂ ਹੋਣਾ। ਇਦਾਂ ਦੇ ਕੰਮ ਕਰਨੇ ਨਹੀਂ ਚਾਹੀਦੇ ਹੈਗੇ। ਤਾਂ ਇਹ ਜਿਹੜਾ ਟੀਵੀ ਆ ਇਹਨੂੰ ਕੁਛ ਨਹੀਂ ਹੋਣਾ, ਇਹ ਚੱਲਦਾ ਹੀ ਰਹਿਣਾ, ਇਹ ਉਦੋਂ ਵੀ ਬੁਲੰਦੀਆਂ ਤੇ ਚੱਲੂ। ਹਾਂਜੀ ਹਾਂ, ਤਰੱਕੀਆਂ ਤੇ ਜਾਊਗਾ, ਅੱਗੇ ਨਾਲ ਵੀ ਜ਼ਿਆਦਾ ਵਧੂਗਾ। ਕਰਦੇ ਨਾ ਇਹ ਨੁਕਸਾਨ ਜਿਹੜੇ ਕਰਨੇ ਪਾਉਣ ਕੇ ਤਿਆਰ ਕਰਨੇ ਬਹੁਤ ਔਖੀ ਗੱਲ ਆ ਇਹ। ਹਾਂਜੀ, ਇਹ ਜਾਨੀ ਕਿ ਬਹੁਤ ਬਹੁਤ ਦੁੱਖ ਵਾਲੀ ਗੱਲ ਆ। ਉਹ ਤਾਂ ਲੱਗੀ ਸਾਨੂੰ ਜਾਨੀ ਇਦਾਂ ਸੁਣ ਕੇ। ਮੈਂ ਤਾਂ ਉਹਦੇ 9 ਵਜੇ 9:30 ਵਜੇ ਫਿਲਮ ਦੇਖਦੀ ਨਹੀਂ, ਮੈਂ ਲਾ ਕੇ ਦੇਖਾਂ। ਮੈਂ ਕਿਹਾ ਕੀ ਹੋ ਗਿਆ ਟੈਲੀ ਨੂੰ ਜੀ। 9 ਵਜੇ ਤੇ ਮੈਂ ਦੇਖਦੀ ਸੀ ਲਾ ਕੇ, ਫਿਰ ਕੱਲ ਦੂਏ ਦਿਨ ਪਤਾ ਲੱਗਾ ਵੀ ਆਹ ਐਸਨ ਹੋਇਆ। ਹਾਂਜੀ, ਦੇਖੋ ਉਸ ਟਾਈਮ ਕਿੰਨਾ ਲੋਕਾਂ ਦਾ ਉਸ ਟਾਈਮ ਦੇ ਮਾੜੇ ਮੋਟੇ ਚੱਲਦੇ ਕਿਉਂ ਇਦਾਂ ਸਾਡੇ ਸਾਨੂੰ ਕਹਾ ਉੱਠੜ ਕਾਹਤੇ ਨਹੀਂ ਦਿੰਦੇ ਹੈਗੇ ਜੀ ਜੀ। ਸਾਰੇ ਦੇਖਦੇ ਸੀ ਜਿੰਨੇ ਵੀ ਹਨਾ ਟੀਵੀ ਦੇਖਦੇ ਆ, ਸਾਰੇ ਜਿੱਦਾਂ ਦੇਖਦੇ ਵੀ ਇਹ ਕੀ ਹੋਇਆ ਹਨਾ, ਸਾਰੇ ਦੇਖਦੇ ਸੀਗੇ ਜਿੱਦਾਂ ਅਸੀਂ ਵੀ ਦੇਖਦੇ ਸੀ ਵੀ ਇਹ ਕੀ ਗੱਲ। ਅਸੀਂ ਕਿਹਾ ਖਰੇ ਅਸੀਂ ਟੀਵੀ ਨਵਾਂ ਲਿਆਂਦਾ, ਖਰੇ ਇਹਨੂੰ ਕੁਝ ਹੋ ਗਿਆ। ਹਾਂਜੀ, ਮੈਂ ਵੀ ਏਦਾਂ ਸੋਚਦੀ ਸੀ। ਮੈਂ ਕਿਹਾ ਹੋਰ ਤਾਂ ਚੱਲਦੇ ਚੈਨਲ ਵੀ ਕਾਂਚੀ ਟੀਵੀ ਨੂੰ ਕੀ ਗੱਲ ਹੋ ਗਈ। ਤਾਂ ਜਦੋਂ ਫਿਰ ਪਤਾ ਲੱਗਾ ਫਿਰ ਦੁੱਖ ਵੀ ਇੰਨਾ ਹੋਇਆ ਨਾ ਜਿੱਦਾਂ। ਹਾਂਜੀ, ਦੁੱਖ ਤਾਂ ਲੱਗਦਾ ਹੀ ਆ ਕਿ ਹਨਾ ਇਦਾਂ ਦੀ ਚੀਜ਼ ਚੱਲਦੀ ਬੰਦ ਹੋ ਜਾਣੀ, ਫਿਰ ਨੁਕਸਾਨ ਇੰਨਾ ਹੋ ਜਾਣਾ, ਫਿਰ ਉਹ ਨੁਕਸਾਨ ਮੁੜ ਕੇ ਭਰਨਾ ਪੈਣਾ। ਉਹ ਮਿਹਨਤ ਕਰਨੀ ਹੁਣ ਸਾਰੀ ਰਾਤ ਕਹਿੰਦੇ ਜਾਗਦੇ ਰਹੇ ਵਿਚਾਰੇ ਜਿਹੜੇ ਆਏ ਕਿਉਂ ਨਹੀਂ ਬਣਾਇਆ ਸਾਰੀ ਰਾਤ ਹਨਾ। ਮਿਹਨਤ ਕੀਤੀ ਆ, ਮਿਹਨਤ ਬਹੁਤ ਕੀਤੀ। ਤਾਂ ਫਿਰ ਚਲੋ ਉਹਨਾਂ ਦੀ ਮਿਹਨਤ ਉਹਨਾਂ ਦੇ ਬਾਰੇ ਆਵੇ, ਜਿਹੜੇ ਇਦਾਂ ਦੇ ਕੰਮ ਕਰਕੇ ਗਏ ਉਹਨਾਂ ਦਾ ਕੁਝ ਨਹੀਂ ਬਣਨਾ। ਕੁਝ ਨਹੀਂ ਬਣਨਾ, ਕੁਝ ਨਹੀਂ ਹੈਗਾ। ਸਤਿਗੁਰ ਨੇ ਕਹਿੰਦੇ ਨਹੀਂ ਹੁੰਦੇ ਵੀ ਚੋਰਾਂ ਦੇ ਘਰ ਵੀ ਕਦੀ ਦੀਵੇ ਜਲੇ ਨਾ ਜੀ, ਨਾ ਨਾ। ਇਹ ਤਾਂ ਗੱਲ ਆ ਤੁਹਾਨੂੰ ਸੁਣਾਉਣੀ ਭੈਣ ਜੀ ਕਿ ਬਾਬਾ ਪੋਤਾ ਚੋਰੀ ਕਰਨ ਗਏ ਜੀ। ਤੇ ਚੋਰੀ ਕਰਨ ਗਏ, ਜਦੋਂ ਤੇ ਗਏ ਤਾਂ 2 ਬੋਲਟ ਬੰਨੇ ਹੋਏ ਜੀ। ਬਾਬਾ ਕਹਿਣ ਲੱਗਾ ਲੈ ਇੱਥੋਂ ਮੈਂ 2 ਜੋੜੀ ਖੋਲ ਕੇ ਲਿਆ ਸੀ, ਇੱਥੇ ਕਹਿੰਦੇ 4 ਬੋਲਟ ਖੜੇ ਆ। ਤਾਂ ਵੀ ਮੈਂ 2 ਖੋਲ ਕੇ ਗਿਆ ਸੀ ਜੀ। ਪੋਤਾ ਕਹਿੰਦਾ ਹੁਣ ਆਪਾਂ 4 ਹੀ ਖੋਲ ਕੇ ਲੈ ਜਾਣੇ ਆ। ਅੱਛਾ, ਉਹ ਪੋਤਾ ਬੋਲਿਆ ਹਾਂਜੀ, ਕਹਿੰਦਾ ਬਾਬਾ ਤੂੰ ਜੋੜੀ ਖੋਲ ਕੇ ਲਗਿਆ ਸੀ ਤੇ ਤੇਰੇ ਕੋਲ ਤਾਂ 1 ਬੋਲਟ ਵੀ ਨਹੀਂ, ਇੱਥੋਂ ਜੋੜੀ ਲੈ ਕੇ ਗਏ ਸੀ ਤੇ 4 ਬੋਲਟ ਖੜੇ ਆ। ਦੇਖ ਲਓ। ਅੱਛਾ, ਵੀ ਜੇ ਤੂੰ 4 ਲੈ ਗਿਆ ਤੇ ਤਾਂ 8 ਹੋ ਜਾਣੇ, ਤੇਰੇ ਕੋਲ 4 ਉਹ ਵੀ ਨਹੀਂ ਰਹਿਣੇ, 8 ਹੋ ਜਾਣੇ। ਹਾਂਜੀ, ਉੱਥੇ ਵੀ ਬਾਬੇ ਨੂੰ ਗਿਆਨ ਆਇਆ ਵੀ ਦੇਖੋ ਇਹ ਮੇਰਾ ਪੋਤਾ ਮੈਨੂੰ ਇੰਨੀ ਅਕਲ ਦਿੰਦਾ ਆ ਵੀ ਮੇਰੇ ਘਰ ਤਾਂ ਕੁਝ ਵੀ ਨਹੀਂ ਹੈਗਾ, ਚੋਰੀਆਂ ਕੀਤੀਆਂ। ਹਾਂਜੀ, ਇੱਥੇ ਮੈਂ 2 ਖੋਲ ਕੇ ਲਗਿਆ, ਇੱਥੇ 4 ਖੜੇ ਆ। ਹਾਂਜੀ, ਇਹ ਗੱਲ ਹੈ ਵੀ ਜੇ ਉਹ ਕਰਕੇ ਗਏ ਆ ਨੁਕਸਾਨ, ਉਹ ਆਪਣਾ ਹੀ ਉਹਨੇ ਨੁਕਸਾਨ ਕੀਤਾ, ਆਪਣਾ ਹੀ ਕੀਤਾ। ਹਾਂਜੀ, ਇਹ ਜਿਹੜੇ ਟੀਵੀ ਆ ਇਹ ਉਦੋਂ ਵੀ ਵਧੀਆ ਚੱਲਣਾ। ਹਾਂਜੀ, ਬਿਲਕੁਲ। ਤਾਂ ਇਹ ਗੱਲਾਂ ਆ ਵੀ ਜਾਣੀ ਕਿ ਜਿਹੜਾ ਸੋਚ ਜਿਹੜੀ ਇਹ ਮਾੜੀ ਆ, ਜੇ ਸੋਚ ਚੰਗੀ ਰੱਖਣ ਤਾਂ ਕਦੀ ਇਦਾਂ ਦੇ ਹੈਪਨ ਹੋਣ ਹੀ ਨਾ ਕਦੀ। ਜਿਹੜੀ ਸੋਚ ਨੂੰ ਮਾੜੀ, ਇਨਸਾਨ ਕੋਈ ਮਾੜਾ ਨਹੀਂ, ਇਨਸਾਨ ਦੀਆਂ ਸੋਚਾਂ ਜਿਹੜੀਆਂ ਉਹ ਮਾੜੀਆਂ। ਹਾਂਜੀ, ਉਹੋ ਹੀ ਆ ਨਾ, ਇਨਸਾਨ ਆਪਣੀ ਸੁਧਾਰ ਲਵੇ, ਸੁੱਚੀ ਕਰ ਲਵੇ ਤੇ ਦੁਨੀਆ ਤੇ ਸੁਖੇ ਸੌਖਿਆ ਜੀ। ਬਿਲਕੁਲ, ਕੋਈ ਇਦਾਂ ਦਾ ਕੰਮ ਨਾ ਹੋਵੇ। ਸੋਚ ਹੀ ਮਾੜੀ ਹੁੰਦੀ ਹੈ, ਇਨਸਾਨ ਮਾੜਾ ਨਹੀਂ ਹੁੰਦਾ ਜੀ। ਹਾਂਜੀ, ਓਕੇ ਭੈਣ ਜੀ, ਤੁਹਾਡਾ ਥੈਂਕ ਯੂ ਬਹੁਤ ਸਾਰਾ ਟਾਈਮ ਦੇਣ ਦਾ। ਥੈਂਕ ਯੂ ਭੈਣ ਜੀ। ਜੈ ਭੀਮ ਜੀ। ਜੈ ਗੁਰਦੇਵ ਜੀ, ਜੈ ਭੀਮ ਜੀ। ਇਹ ਤਾਂ ਸਾਡੇ ਭੈਣ ਜੀ ਬੁਲਹਾਮਟਨ ਤੋਂ। ਦੇਖੋ ਜੀ ਕਿੰਨੀਆਂ ਗੱਲਾਂ ਵਧੀਆ ਕਰਕੇ ਗਏ ਆ ਵੀ ਜਿਨ੍ਹਾਂ ਨੇ ਇਹੋ ਜਿਹੇ ਮਾੜੇ ਕੰਮ ਕੀਤੇ ਉਹਨਾਂ ਦਾ ਕੁਝ ਨਹੀਂ ਬਣਦਾ ਨਾ ਜੀ, ਕੁਝ ਬਣਨਾ ਨਹੀਂ। ਉਹ ਚੀਜ਼ ਕਰਦੇ ਆ ਉੱਥੇ ਤਾਂ ਹੋਰ ਵੀ ਦੂਣੀ ਤੀਣੀ ਤੇ ਚੁਗਲੀਆਂ ਹੋ ਜਾਂਦੀਆਂ ਚੀਜ਼ਾਂ, ਪਰ ਜਿਹੜਾ ਕਰਦਾ ਆ ਉਹਨਾਂ ਦਾ ਕੁਝ ਨਹੀਂ ਬਣਦਾ। ਉਹਨਾਂ ਦਾ ਜਿੱਥੇ ਕਰਦੇ ਆ ਉਹ ਹਾਂਜੀ ਛੋਟੀ ਕਪਤਾ ਵਿਅਸਤ ਆ ਕੇ ਗਏ ਆ, ਸਟੋਰੀ ਵੀ ਦੱਸ ਦਿੱਤੀ ਦੀ। ਬਿਲਕੁਲ ਉਹ ਸਹੀ ਆ। ਇਸੇ ਲਈ ਪਹਿਲਾਂ ਆਪਾਂ ਵੱਧਦੇ ਕੋਲਵਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਜੀ, ਜੈ ਗੁਰਦੇਵ ਜੀ। ਹਾਂਜੀ, ਧੰਨ ਗੁਰਦੇਵ ਜੀ। ਕੌਣ ਤੇ ਕਿੱਥੋਂ ਬੋਲਦੇ ਹੋ? ਮੈਂ ਕਮਲਜੀਤ ਸੋਭਾਲ ਸਾਊਥਹੈਂਪਟਨ ਤੋਂ ਬੋਲਦਾ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਵੀਰ ਜੀ? ਇਹ ਦੇਖੀ ਸੀ ਜੋ ਘਟਨਾ ਹੋਈ ਆ, ਪਰਸੋਂ ਵੀ ਦੇਖੀ, ਅਸੀਂ ਕੱਲ ਵੀ ਜਦੋਂ ਦੇਖੀ ਬਹੁਤ ਦਿਲ ਖਰਾਬ ਹੋਇਆ। ਹਾਂਜੀ, ਤੇ ਬਹੁਤ ਅਸੀਂ ਨਿੰਦਿਆ ਕਰਦੇ, ਇਸ ਨਿਖੇਧੀ ਕਰਦੇ ਵੀ ਇਹ ਮਾੜਾ ਕੰਮ ਹੈ ਜਿਹੜਾ ਕਿਸੇ ਨੇ ਵੀ ਕੀਤਾ ਜੀ। ਤੇ ਸਾਡੀ ਕੌਮ ਵਾਸਤੇ ਸਾਰਿਆਂ ਲਈ ਬਹੁਤ ਹੀ ਇਹ ਦੁੱਖ ਭਰੀ ਹੈ। ਜਿੱਦਾਂ ਕਿ ਸਾਡੇ
ਇਹ ਜਿਸ ਤਰ੍ਹਾਂ ਤੁਗਲਕਾਬਾਦ ਦਿੱਲੀ ਦੇ ਵਿੱਚ ਅਟੈਕ ਹੋਇਆ ਸੀ, ਉਸੇ ਤਰ੍ਹਾਂ ਹੀ ਸਮਝ ਲਓ ਵੀ ਸਾਡੇ ਇਹ ਰਹਿਬਰਾਂ ਦੇ ਉੱਪਰ ਅਟੈਕ ਹੋਇਆ। ਬਿਲਕੁਲ ਦਿਲ ਨੂੰ ਬਹੁਤ ਸੱਟ ਲੱਗੀ ਇਹ, ਜਿੱਦਾਂ ਹਾਂਜੀ ਜਦੋਂ ਇਹ ਦੇਖਿਆ ਪਤਾ ਲੱਗਾ। ਤੇ ਚਲੋ ਮਾਲਕ ਫਿਰ ਵੀ ਆਪਾਂ ਨੂੰ ਆਪਣੇ ਕੋਈ ਇੰਨਾ ਨਹੀਂ ਹੋਇਆ ਵੀ ਚਲੋ ਆਪਣਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ, ਵੀ ਪਰਮਾਤਮਾ ਭਲੀ ਕੀਤੀ ਕਾਫੀ। ਹਾਂਜੀ ਜੀ। ਤੇ ਪਰ ਇਹ ਜੋ ਵੀ ਕੀਤਾ ਹੈਗਾ ਮਾੜਾ ਕੰਮ ਆ ਜੀ ਜੀ। ਤੇ ਸਾਡੇ ਤਾਂ ਪਰਮਾਤਮਾ ਨੇ ਚਲੋ ਸਵਾਰ ਹੀ ਦੇਣਾ ਹੈਗਾ ਤੇ ਕਦੀ ਰੁਕਣਾ ਹੀ ਨਹੀਂ, ਉਹਦਾ ਕੰਮ ਚੱਲਦਾ ਹੀ ਰਹਿਣਾ। ਹਾਂਜੀ ਜੀ ਜੀ ਜੀ। ਇਹ ਜਿਹੜੇ ਜੀ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹ ਪਸ਼ੂ ਬਿਰਤੀ ਵਾਲੇ ਹੁੰਦੇ ਹੈਗੇ, ਉਹਨਾਂ ਦੇ ਅੰਦਰ ਉਹ ਇਨਸਾਨੀਅਤ ਨਹੀਂ ਹੁੰਦੀ ਜਿਹੜੇ ਦੂਸਰੇ ਨੂੰ ਦੇਖ ਕੇ ਨਹੀਂ ਇਸ ਤਰ੍ਹਾਂ ਚੱਲ ਸਕਦੇ। ਜੀ ਜੀ ਜੀ। ਜਿਸ ਤਰ੍ਹਾਂ ਸਤਿਗੁਰਾਂ ਦਾ ਇੱਕ ਸ਼ਬਦ ਹੈ ਜੀ, ਹਾਂਜੀ, दार्द देख सब को हंसे ऐसी दशा हमारी, अस्त दशा सिद्ध कार तले सब कृपा तुम्हारी तू जानत मैं किछ नहीं भव खंडन राम सगल जिया शरणागति प्रभ पूਰਨ काम। ਦੇਖੋ ਜੀ ਮਾਲਕ ਦੀ ਕਿਰਪਾ ਨਾਲ ਤਾਂ ਫੇਰ ਚੱਲ ਪਿਆ ਦੁਬਾਰਾ। ਹਾਂਜੀ ਬਿਲਕੁਲ ਬਈ ਉਹ ਤਾਂ ਹੱਸਦੇ ਹੋਣਗੇ ਇਹ ਕੰਮ ਕਰਕੇ। ਹਾਂਜੀ ਬਈ ਚਲੋ ਇਹ ਖਰੇ ਚੱਲਣਾ ਹੀ ਨਹੀਂ ਮੁੜ ਕੇ ਜਾਂ ਕਿਸ ਤਰ੍ਹਾਂ ਵੀ। ਤੇ ਪਰ ਇਹ ਬਹੁਤ ਮਾੜੀ ਗੱਲ ਹੈਗੀ ਆ। ਮੈਂ 2 ਲਾਈਨਾਂ ਬੋਲੂੰਗਾ ਜੀ, ਬੋਲ। ਹਾਂਜੀ ਹਾਂਜੀ। ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਤੂੰ ਕੀ ਜਾਣੇ ਭੇਦ ਮੇਰੇ ਦਾਤਾ ਦੀ ਖੁਦਾਈ ਦਾ, ਤੂੰ ਕੀ ਜਾਣੇ ਭੇਦ ਮੇਰੇ ਦਾਤਾ ਦੀ ਖੁਦਾਈ ਦਾ। ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਤੇਰੀ ਕੀਤੀ ਅੱਗੇ ਆਉਣੀ ਤੈਨੂੰ ਇਹ ਪਤਾ ਨਹੀਂ, ਤੇਰੀ ਕੀਤੀ ਅੱਗੇ ਆਉਣੀ ਤੈਨੂੰ ਇਹ ਪਤਾ ਨਹੀਂ। ਆਖਦਾ ਤੂੰ ਰਹਿਣਾ ਭਾਵੇਂ ਤੇਰੀ ਕੋਈ ਖਤਾ ਨਹੀਂ, ਉਹ ਦਾਤਾ ਕਰ ਫੈਸਲਾ ਬੰਦੇ ਦੀ ਗਵਾਹੀ ਦਾ। ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਉਹ ਕਿਸੇ ਨੂੰ ਕੀ ਪਤਾ ਹੋਣੀ ਕਹਿਰ ਗੁਜ਼ਾਰਨਾ, ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ। ਉਹ ਲੇਖਾਂ ਦੇ ਸਤਾਇਆ ਨੂੰ ਨਹੀਂ ਹੋਰ ਸਤਾਈਦਾ। ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਹੱਥ ਜੋੜਦਾ ਤਾਨੂੰ ਜੇ ਜਨਮ ਸੁਧਾਰਨਾ, ਵਕਤ ਨੇ ਕਦੋਂ ਕਿੱਥੇ ਕੀ ਕਹਿਰ ਗੁਜ਼ਾਰਨਾ। ਉਹ ਵਕਤ ਨੇ ਕਦੋਂ ਕਿੱਥੇ ਕੀ ਕਹਿਰ ਗੁਜ਼ਾਰਨਾ। ਜਿੰਦੇ ਤੂੰ ਰੱਖੀ ਦਰ ਉਸ ਸ਼ਹਿਨਸ਼ਾਹੀ ਦਾ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਬਹੁਤ ਹਮਦਰਦੀ ਦਿਲੋਂ ਹਮਦਰਦੀ ਪੇਸ਼ ਕਰਦੇ ਆ ਜੀ, ਜਿਹੜੀ ਘਟਨਾ ਹੋਈ ਆ ਤੇ ਬਹੁਤ ਮਾੜੀ ਘਟਨਾ ਸੀ। ਮਾੜੀ ਗੱਲ। ਜੈ ਗੁਰਦੇਵ ਜੀ, ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ। ਇਹ ਸਾਡੇ ਵੀਰ ਜੀ ਬਹੁਤ ਵਧੀਆ, ਦੇਖੋ ਆਪਣੇ ਬੋਲਾਂ ਦੇ ਨਾਲ ਕਿੰਨਾ ਜਿੱਦਾਂ ਸੰਦੇਸ਼ਾ ਦੇ ਕੇ ਗਏ ਆ। ਸਾਰੇ ਹੀ ਸਾਰਾ ਕੁਝ ਜਿੱਦਾਂ ਇਹਦੇ ਵਿੱਚ ਕਹਿ ਗਏ ਆ, ਵਕਤ ਦਾ ਕੋਈ ਪਤਾ ਨਹੀਂ ਹੈਗਾ ਕਿਹੜੇ ਵੇਲੇ ਕੀ ਹੋ ਜਾਏ। ਕਿਸੇ ਦੀ ਮਜਬੂਰੀ ਦਾ ਜਾਂ ਕਿਸੇ ਦੀ ਗਰੀਬੀ ਦਾ ਜਾਂ ਕਿਸੇ ਦਾ ਕਿਸੇ ਵੀ ਤਰ੍ਹਾਂ ਨਹੀਂ, ਕਿਸੇ ਤਰ੍ਹਾਂ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਹਾਂਜੀ ਤਾਂ ਹਾਂਜੀ ਤੁਸੀਂ ਕੀ ਕਹੋ? ਮੈਂ ਇਹ ਕਹਿੰਦੀ ਆ ਜਿੱਦਾਂ ਹਨਾ ਕਿਸੇ ਫਕੀਰ ਨੇ ਕਿਹਾ ਤੂੰ ਇੰਨਾ ਗਰੀਬ ਹੋ ਕੇ ਸੰਤੁਸ਼ਟ ਕਿਵੇਂ ਹੈ? ਸਾਡੇ ਕੋਲ ਤਾਂ ਜ਼ਮੀਨ ਜਾਇਦਾਦ ਠੀਕ ਹੈ, ਠੀਕ ਹੈ। ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ, ਹੈਲੋ ਹੈਲੋ ਹਾਂਜੀ ਹੈਲੋ ਜੀ, ਕੌਣ ਤੇ ਕਿੱਥੋਂ ਬੋਲਦੇ ਹੋ? ਲੋਟਾ ਬੋਲਦਾ ਜੀ, ਫਰਾਂਸੀ ਬੋਲਦਾ ਜੀ। ਮਾਲਿਕ ਹੋ ਜਾਏ ਬੰਦੇ ਹੁੰਦੇ ਜੀ। ਹਾਂਜੀ ਇਹ ਜਿਹੜਾ ਇਹਨਾਂ ਦਿਮਾਗ ਨਹੀਂ ਮਤਲਬ ਇੰਨੇ ਮਾਲਿਕ ਹੋ ਜਾਏ ਹੁੰਦੀ ਆ। ਮੈਂ ਕਿੰਨਾ ਬਾਜੀ ਸਾਡਾ ਬਾਜੀ ਦੇ ਸੱਚੀ ਗੱਲ ਮਤਲਬ ਇਦਾਂ ਜੇ ਮਾਲਿਕ ਹੋ ਜਾਏ ਹੁੰਦੇ ਉਹ ਬੰਦੇ ਇੱਦਾਂ ਕਰ ਦਿੰਦੀ ਆ ਜੀ। ਹਾਂਜੀ ਵੀਰ ਜੀ ਕੀ ਚੰਗਾ ਹੈ ਸੱਚੀ ਗੱਲ। ਜੈ ਗੁਰਦੇਵ ਜੀ। ਇਹ ਤਾਂ ਸਾਡੇ ਵੀਰ ਜੀ
ਆਪਣਾ ਸੰਦੇਸ਼ਾ ਦੇ ਕੇ ਗਿਆ ਕਿ ਮਾੜੀਆਂ ਗੱਲਾਂ ਜੋ ਮਾੜਾ ਹੀ ਹੁੰਦਾ ਆ। ਕਿਉਂ ਆਸ਼ਾ ਜੀ? ਕਿਉਂਕਿ ਮਾੜੇ ਕੰਮ ਕਰਨ ਵਾਲਿਆਂ ਦਾ ਮਾੜਾ ਹੀ ਨਤੀਜਾ ਹੁੰਦਾ ਆ। ਹਾਂਜੀ, ਤੁਸੀਂ ਕੁਝ ਕਹਿਣਾ ਚਾਹੁੰਦੇ? ਮੈਂ ਕਹਿਣਾ ਚਾਹੁੰਦੀ ਜਿੱਦਾਂ ਕਿਸੇ ਫਕੀਰ ਨੇ ਕਿਹਾ, ਕਿਹਾ ਕਿ ਤੂੰ ਇੰਨਾ ਗਰੀਬ ਹੋ ਕੇ ਸੰਤੁਸ਼ਟ ਕਿਵੇਂ ਹੈ, ਤੇ ਸਾਡੇ ਕੋਲ ਜ਼ਮੀਨ ਜਾਇਦਾਦ ਆ, ਤੇਰੇ ਕੋਲ ਕੀ ਆ? ਫਕੀਰ ਨੇ ਕਿਹਾ ਤੁਹਾਡੇ ਕੋਲ ਤਾਂ ਜ਼ਮੀਨ ਦੇ ਕੁਝ ਟੁਕੜੇ ਨੇ, ਮੇਰੇ ਕੋਲ ਤਾਂ ਸਾਰਾ ਅਸਮਾਨ ਆ। ਸਾਰਾ ਅਸਮਾਨ। ਵਾਹ ਜੀ ਵਾਹ। ਜਿੱਥੇ ਸਾਡਾ ਸਤਿਗੁਰ ਆ, ਹਾਂਜੀ, ਸਾਨੂੰ ਕਿਸੇ ਚੀਜ਼ ਦਾ ਘਾਟਾ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ, ਜਿੱਥੇ ਸਤਿਗੁਰ ਆ ਉੱਥੇ ਤਾਂ ਸਾਡੇ ਕੋਲ ਖੁੱਲਾ ਅਸਮਾਨ ਆ। ਬਿਲਕੁਲ ਬਿਲਕੁਲ। ਪਹਿਲਾਂ ਆਪਾਂ ਵਾਧੇ ਕੋਲ ਵੱਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ ਜੀ, ਕੀ ਹਾਲ ਚਾਲ ਹੈ ਭੈਣਾ ਤੁਹਾਡਾ? ਹਾਂ ਠੀਕ ਹੈ। ਇਹ ਕੌਣ ਤੇ ਕਿੱਥੋਂ ਬੋਲਦੇ ਹੋ? ਦੇਖੋ ਜਿਹੜੀ ਕਹਾਣੀ ਸੁਣੀ ਆ ਤਾਂ ਆਪਾਂ ਤਾਂ ਨੀਂਦ ਨਹੀਂ ਆਉਂਦੀ। ਹਾਂਜੀ ਮਹਿੰਦਰ ਰੱਤੂ ਜੀ। ਜਿਹੜੀ ਕਹਾਣੀ ਆ ਇਹਦਾ ਸੱਚ ਨਹੀਂ ਆਉਣਾ ਜੀ। ਪਤਾ ਇੱਕ ਮੈਂ ਲਿਖਿਆ ਜਦੋਂ ਮਹਾਰਾਜ ਜੀ ਨਾਲ ਏਦਾਂ ਤੇ ਮਹਾਰਾਜ ਜੀ ਨੂੰ ਆਪਾਂ ਮੰਨਦੇ ਆ, ਦੁਨੀਆ ਦੂਰ ਨਹੀਂ ਮੰਨਦੀ ਆ। ਹਾਂਜੀ। ਜਿੱਦਾਂ ਜੀਸਸ ਦਾ ਸਾਰੇ ਗੁਰੂਆਂ ਦਾ ਕਿਹੜਾ ਆਪਾਂ ਨਾਂ ਲਈਏ, ਕਿਹੜਾ ਛੱਡੀਏ? ਜੀ ਬਿਲਕੁਲ। ਇੱਕ ਮੈਂ ਕਹਾਣੀ ਸੁਣੀ ਸੀ ਕਿ ਮਾਈ ਲੋਈ ਕੱਪੜੇ ਧੋਦੀ ਸੀਗੀ। ਜੀ ਜੀ। ਜਦੋਂ ਕੱਪੜੇ ਧੋਦੀ ਤਾਂ ਇੱਕ ਮੇਰੇ ਵਰਗੀ ਤੇਰੇ ਵਰਗੀ ਨਹੀਂ ਕਹਿੰਦੀ ਮਾਈ ਲੋਈ ਤੇਰੇ ਘਰ ਵਿੱਚ ਤੇ ਅੱਗ ਲਾ। ਉਹ ਕਹਿੰਦੀ ਮਾਲਕ ਦੀ ਮਾਂ ਆ, ਕਹਿੰਦੀ ਮਾਲਕ ਦੀ ਮਾਂ ਆ, ਤੇਰੇ ਘਰ ਅੱਗ ਲੱਗੀ। ਉਹ ਕਹਿੰਦੀ ਕੋਈ ਉਹ ਤੇਰੀ ਮਾਂ ਸੀ ਨਾ। ਮੇਰਾ ਘਰ ਸੜ ਗਿਆ। ਜਦੋਂ ਉਹ ਘਰ ਆਈ ਤਾਂ ਜਿੱਥੇ ਅੱਗ ਲੱਗੀ ਉਹ ਆਪੇ ਬੁਝ ਗਈ। ਜੀ। ਜਦੋਂ ਪਈਆਂ ਦਾ ਕਾਲਾ ਤਾਂ ਜੇ ਅੱਗ ਲਾਈ ਸੀ ਉਹਦੇ ਘਰ ਅੱਗ ਲੱਗ ਗਈ। ਜਦੋਂ ਲਾਗੇ ਰੌਲਾ ਪੈ ਗਿਆ, ਮੇਰੇ ਵਰਗੀ ਵਿਚਾਰੀ ਵਿੱਚ ਪਾਰਟੀ ਨਾਟਕੀ ਵੀ ਆਇਆ, ਅੱਗ ਬੁਝਾਈ ਦੀ ਅੱਗ, ਉਹ ਤਾਂ ਸੱਚੇ ਮਨ ਵਾਲੇ। ਜਦੋਂ ਉੱਥੇ ਰਹੀ ਤਾਂ ਉਹਦੇ ਬੱਚੇ ਰੁੱਸ ਗਏ। ਸੀਗੇ ਹੀਰੇ ਤਾਂ ਲੋਕੀ ਕਹਿੰਦੇ ਬਚਾ ਲਓ ਤਾਂ ਉਹਨੇ ਚੱਕ ਲਿਆ, ਚੱਕ ਕੇ ਤਾਂ ਪਾਣੀ। ਕਹਿੰਦੀ ਤੂੰ ਉਹਨਾਂ ਦੇ ਬੱਚਿਆਂ ਨੂੰ ਹੱਥ ਲਾ। ਕਹਿੰਦੀ ਕਿਉਂ? ਕਹਿੰਦੀ ਮੈਂ ਤਾਂ ਤੇਰੇ ਘਰ ਅੱਗ ਲਾਈ ਸੀ ਤੇ ਮੇਰੇ ਲੱਗ ਗਈ। ਮੇਰੀ ਚੋਰਾਂ ਦੇ ਦੀਵੇ ਨਹੀਂ ਜਾਲੇ, ਜਾਦੂ ਦਾ ਪੁੱਤ ਨਹੀਂ ਜੇਲਾ ਜੇ ਨੀਲੀ ਵਾਲਾ ਸੱਤ ਹੋਵੇ। ਜੀ ਬਿਲਕੁਲ। ਜੋ ਇਹ ਕੁਝ ਹੋਇਆ ਆਪਾਂ ਨਾਲ ਨਹੀਂ ਹੋਇਆ, ਜਿਹੜੇ ਕੀਤਾ ਉਹਨੇ ਆਪਣੇ ਲਈ ਕੀਤਾ, ਆਪਾਂ ਨੂੰ ਕੋਈ ਫਰਕ ਨਹੀਂ ਨਾ ਗੁਰੂ ਨੂੰ ਕਹਿਣਾ। ਜੇ ਆਪਾਂ ਗੁਰੂ ਵਾਲੇ ਆ ਨਾ, ਚਲੋ ਮਾੜਾ ਨਾ ਕਰੋ, ਉੱਥੇ ਰਹਿ ਲਓ ਤੇ ਆਏ ਰਹਿ ਲਓ, ਚਲੋ ਬੁਰਾ ਨਾ ਤੱਕੋ। ਭੈਣ ਮੇਰੀ ਆਪਾਂ ਨੂੰ ਤਾਂ ਇਹੋ ਹੀ ਆਉਂਦਾ ਆ ਕਿ ਜਿੱਦਾਂ ਦੀ ਕਰਨੀ ਆਪਾਂ ਉਦਾਂ ਦੀ ਪਾਣੀ, ਆਪਾਂ ਕਿਸੇ ਨੂੰ ਬੁਰਾ ਭਲਾ ਵੀ ਨਹੀਂ ਕਹਿਣਾ। ਤਾਂ ਮਾਲਕ ਨਾਲ ਹੀ ਫਿਰ ਸਾਰਾ ਕੁਝ ਠੀਕ ਹੋ ਗਿਆ। ਜੇ ਮਾਲਕ ਦਾ ਨਾ ਹੁੰਦਾ ਤੇ ਆਪਣਾ ਹੁੰਦਾ ਬਚਣਾ ਨਹੀਂ ਜੀ ਕੁਝ। ਬਿਲਕੁਲ ਬਿਲਕੁਲ। ਇਹ ਜਿਹੜਾ ਹੈ ਨਾ ਕਾਂਸੀ ਟੈਲੀਵਿਜ਼ਨ ਹੈ, ਗੁਰੂ ਰਵਿਦਾਸ ਜੀ ਦਾ ਆਇਆ, ਬਾਬਾ ਸਾਹਿਬ ਜੀ ਦਾ ਆਪਣਾ ਗਰੀਬਾਂ ਦਾ ਆਇਆ। ਜੀ ਬਿਲਕੁਲ। ਪਹਿਲੇ ਇਹ ਹੱਥ ਜੋੜਦੀ ਕੀਤਾ ਆ ਕਿ ਉਹਦਾ ਰੱਬ ਭਲਾ ਕਰੇ, ਉਹ ਤੇ ਮੈਨੂੰ ਕੁਝ ਨਹੀਂ ਹੋਣਾ। ਜੀ ਜੀ। ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭੈਣ ਮੇਰੀ, ਥੈਂਕ ਯੂ ਜੀ। ਹਾਂਜੀ ਹਾਂਜੀ ਪਤਾ ਲੱਗ ਗਿਆ। ਹਾਂਜੀ ਤੁਹਾਡਾ ਸਵਾਗਤ ਹੈ। ਜੈ ਗੁਰਦੇਵ ਭੈਣ ਜੀ, ਜੈ ਭੀਮ ਜੀ। ਦੇਖੋ ਜੀ ਇਹ ਭੈਣ ਸਾਡੀ ਸੱਚਮੁੱਚ ਹੀ ਜਿੱਦਾਂ ਕਹਿ ਦਵੋ ਬਈ ਆਪਾਂ ਕਿਸੇ ਨੂੰ ਨਿੰਦਕ ਨਹੀਂ ਕਰਦੇ ਆਸ਼ਾ ਜੀ। ਆਪਾਂ ਕਿਸੇ ਨੂੰ ਆਪਾਂ ਦੁੱਖ ਦੀਆਂ ਘੜੀਆਂ ਦੇ ਵਿੱਚ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਆਪਣੇ ਹੀ ਸਰੋਤਿਆਂ ਨੂੰ, ਆਪਣੇ ਹੀ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ, ਦਰਸ਼ਕਾਂ ਦੇ ਕੋਲੋਂ ਪੁੱਛ ਰਹੇ ਹਾਂ। ਹਾਂਜੀ। ਕਿ ਇਹੋ ਜਿਹੇ ਦੁੱਖ ਦੀ ਘੜੀ ਦੇ ਵਿੱਚ, ਇਹੋ ਜਿਹੇ ਅਟੈਕ ਦੀ ਘੜੀ ਦੇ ਵਿੱਚ ਜਿੰਨੇ ਆਪਣੇ ਹਿਰਦੇ ਦੁਖੀ ਆ, ਜਦੋਂ ਉਸ ਟਾਈਮ ਦੇਖਿਆ ਕਰੋੜਾਂ ਹੀ ਲੋਕਾਂ ਦੇ ਹਿਰਦੇ ਦੁਖੀ ਹੋਏ ਆ ਵੀ ਇਸ ਮਨੋਵਾਦੀ ਸੋਚ ਨੂੰ ਜਾਂ ਤੁਸੀਂ ਮਾੜੀ ਸੋਚ ਨੂੰ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਆਪਾਂ ਕਿਸੇ ਨੂੰ ਨਿੰਦਕ ਨਹੀਂ ਕਰਦੇ। ਕਹਿੰਦੇ ਹੁੰਦੇ ਆ ਜੇ ਕਿਸੇ ਨੇ ਕਰਨੀ ਉਹਨੇ ਆਪਣੀ ਲਈ ਕਰਨੀ ਆ, ਜਿੱਦਾਂ ਸਾਡੀ ਭੈਣ ਜੀ ਕਹਿ ਕੇ ਗਏ ਆ। ਤੇ ਹਾਂਜੀ ਆਸ਼ਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ? ਜੇ ਕੋਈ ਵੀ ਕੋਈ ਕਰਦਾ ਆ ਮਾੜਾ, ਉਹ ਕਰਦਾ ਤਾਂ ਆਪਣੇ ਲਈ ਆ, ਕਿਸੇ ਲਈ ਨਹੀਂ ਕਰਦਾ ਹੈਗਾ। ਕਿਉਂਕਿ ਜਦੋਂ ਵੀ ਕੋਈ ਇਨਸਾਨ ਤੇ ਕਿਸੇ ਦੇ ਬੁਰਾ ਤੱਕਿਆ ਆ, ਬਾਅਦ ਵਿੱਚ ਨਤੀਜਾ ਉਹਨੂੰ ਆਪ ਹੀ ਮਿਲ ਗਿਆ। ਬਿਲਕੁਲ। ਕਿਸੇ ਨੇ ਕੁਛ ਨਹੀਂ। ਉਸ ਟਾਈਮ ਘੜੀ ਦੀ ਘੜੀ ਮਨ ਨੂੰ ਖੁਸ਼ੀ ਹੋ ਜਾਂਦੀ ਵੀ ਮੈਂ ਫਲਾਣੇ ਲਈ ਬੁਰਾ ਕੀਤਾ ਆ, ਪਰ ਉਹਦਾ ਜਦੋਂ ਨਤੀਜਾ ਮਿਲਦਾ ਆ, ਉਹਦੇ ਨਾਲ ਬੁਰਾਈ ਹੁੰਦੀ ਤਾਂ ਫੇਰ ਮੁਸ਼ਕਲ ਆਉਂਦੀ ਆ। ਫੇਰ ਮੁਸ਼ਕਲ। ਇਸੇ ਲਈ ਕਹਿੰਦੇ ਵੀ ਚੰਗਾ ਕਰੋ ਤਾਂ ਚੰਗਾ ਹੁੰਦਾ। ਹਾਂਜੀ। ਨੁਕਸਾਨ ਕਰਕੇ ਕੋਈ ਫਾਇਦਾ ਨਹੀਂ ਕਿਸੇ ਦਾ। ਤੇ ਸਗੋਂ ਠੀਕ ਹੈ ਜੇ ਤੁਹਾਡੇ ਮਨ 'ਚ ਕੋਈ ਗੱਲ ਆ
ਗੱਲ ਤਾਂ ਉੱਥੇ ਆ ਜਾਂਦੀ ਨਾ, ਜੇ ਤੁਸੀਂ ਬਹਿ ਕੇ ਕਰ ਲੈਂਦੇ ਆ ਤਾਂ ਠੀਕ ਆ, ਤੇ ਤਸੱਲੀ ਜੀ ਹੋ ਜਾਂਦੀ ਆ। ਇਸੇ ਲਈ ਤਾਂ ਸਤਿਗੁਰਾਂ ਨੇ ਕਿਹਾ ਹੈ ਕਿ ਸਾਧ ਸੰਗਤ ਮਿਲ ਰਹੀਏ ਮਾਧੋ ਜੈਸੇ ਮਦਮ ਖੀਰਾ, ਕਿਉਂਕਿ ਜਦੋਂ ਰਲ ਮਿਲ ਕੇ ਆਪਾਂ ਇਨਸਾਨ ਆ, ਇਨਸਾਨਾਂ ਦੇ ਵਿੱਚ ਉੱਚੀ ਨੀਵੀਂ ਗੱਲ ਹੋ ਸਕਦੀ ਹੈ। ਉਹਨੂੰ ਬੈਠ ਕੇ ਆਪਾਂ ਹੁਣ ਅੱਜ ਦੇ ਸਮੇਂ ਦੀ ਆਸ਼ਾ ਜੀ ਆਪਾਂ ਗੱਲ ਕਰੀਏ, ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਪੜ੍ਹਿਆ ਲਿਖਿਆ ਹਰ ਇੱਕ ਇਨਸਾਨ, ਚਾਹੇ ਕੋਈ ਥੋੜਾ ਪੜ੍ਹਿਆ ਆ ਚਾਹੇ ਕੋਈ ਜ਼ਿਆਦਾ ਪੜ੍ਹਿਆ ਆ। ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਆ, ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਆ। ਜੇ ਅੱਜ ਦਾ ਇਨਸਾਨ ਪੜ੍ਹਿਆ ਲਿਖਿਆ ਆ ਤਾਂ ਇਹੋ ਜਿਹੀਆਂ ਹੋਸ਼ੀਆਂ ਹਰਕਤਾਂ ਕਿਉਂ ਕਰਦੇ ਆ? ਕਿਉਂਕਿ ਪੜ੍ਹ ਲੈ ਕੇ ਸੋਝੀ ਹੋਣੀ ਚਾਹੀਦੀ ਆ। ਇਹੋ ਜਿਹੀ ਜਿਹੜੀ ਮਨੂਵਾਦੀ ਸੋਚ ਨੂੰ ਨਾਲ ਲੈ ਕੇ ਕਿਉਂ ਚੱਲਦੇ ਆ? ਬਣੂਈਆਂ ਚੀਜ਼ਾਂ ਨੂੰ ਕਿਉਂ ਵਿਗਾੜਨਾ? ਕੋਈ ਫਾਇਦਾ ਤਾਂ ਹੈ ਨਹੀਂਗਾ, ਕੋਈ ਫਾਇਦਾ ਤਾਂ ਹੋਣਾ ਨਹੀਂ। ਹੁਣ ਜਿੱਦਾਂ ਉਹਨੇ ਜਿਹੜੀ ਸੋਚ ਕਰਕੇ ਉਹਨੇ ਸੋਚ ਕੇ ਇਹ ਨੁਕਸਾਨ ਕੀਤਾ ਆ, ਤੇ ਉਹਨੇ ਤਾਂ ਇਹ ਸੋਚ ਕੇ ਕੀਤਾ ਵੀ ਹੁਣ ਮਹੀਨਾ ਇਹ ਕੋਈ ਜਾਂ ਚੱਲੂਗਾ ਕਿ ਕੋਈ ਕਮੀ ਹੋਊਗੀ, ਕਾਂਸ਼ੀ ਟੀਵੀ ਵਾਲਿਆਂ ਦੇ ਕੋਈ ਗੱਲ ਹੋਊਗੀ ਜਾਂ ਪੈਸੇ ਵਜੋਂ ਜਾਂ ਕੋਈ ਪੇ ਨਹੀਂ ਕੀਤਾ। ਜੇ ਆਪਾਂ ਕਹੀਏ ਵੀ ਪੈਸੇ ਵਜੋਂ ਨਹੀਂ, ਉਹਨਾਂ ਨੇ ਸੋਚਿਆ ਪੈਸਾ ਤਾਂ ਸੰਗਤ ਬਹੁਤ ਮਦਦ ਕਰਦੀ ਆ, ਸੰਗਤ ਸਿਰ ਤੇ ਹੀ ਆ ਸਾਰਾ ਕੁਝ ਜੋ ਸਮਾਜ ਆ ਆਪਣਾ, ਜਾਣੀ ਉਹਨਾਂ ਦੀ ਸੋਚ ਆ, ਉਹਨਾਂ ਦੀ ਸੋਚ ਆ। ਹਾਂ, ਉਹਨਾਂ ਦੀ ਸੋਚ ਮੈਂ ਗੱਲ ਕਰਦੀ, ਉਹਨਾਂ ਦੀ ਸੋਚ ਇਹ ਸੀਗੀ ਵੀ ਇਹ ਲੋਕੀ ਇਹ ਜਦੋਂ ਬੰਦ ਕਰ ਦੇਣਗੇ, ਤੋੜ ਭੰਨ ਕਰ ਦੇਣਗੇ, ਵੀ ਉਹ ਵੀ ਲੋਕੀ ਇਦਾਂ ਸੋਚਣਗੇ, ਗਲਤ ਸੋਚਣਗੇ ਕਰਕੇ ਉਹਨਾਂ ਦੀ ਸੋਚ ਗਲਤ ਸੀਗੀ, ਉਹਨਾਂ ਲੋਕਾਂ ਨੂੰ ਵੀ ਗਲਤ ਹਨਾ, ਉਹਨਾਂ ਦੀ ਸੋਚ ਵੀ ਉਲਟ ਜਾਊਗੀ। ਪਰ ਇਦਾਂ ਨਹੀਂ ਹੋਇਆ, ਉਹ ਜੋ ਉਹਨਾਂ ਦੀ ਸੋਚ ਸੀ ਸਾਰੀ ਗੱਲ ਉਲਟ ਹੋ ਗਈ ਜੀ। ਉਹ ਹੁਣ ਜਿਨ੍ਹਾਂ ਨੇ ਇਹ ਕੀਤਾ ਆ, ਤਾਂ ਕੀ ਖਿਆਲ ਹੈ ਜਿੱਦਣ ਦੇ ਆਪਾਂ ਪ੍ਰੋਗਰਾਮ ਕਰਦੇ ਆ ਤਾਂ ਦੇਖਦੇ ਨਹੀਂ ਉਹ ਉਦਣ ਦੇ ਫਰਾਈਡੇ ਤੋਂ ਲੈ ਕੇ ਹਜੇ ਇਹ ਗੱਲਾਂ ਚੱਲੀ ਜਾਣੀਆਂ, ਫਰਾਈਡੇ ਤੋਂ ਲੈ ਕੇ ਫਿਰ ਸਾਨੂੰ ਪਤਾ ਲੱਗਾ ਕਿੰਨੇ ਲੋਕਾਂ ਦਾ ਦਿਲ ਦੁਖੀ ਹੋਇਆ, ਸੈਚਰਡੇ ਪਤਾ ਲੱਗਾ ਆ ਹਨਾ। ਤੇ ਇਹ ਉਹ ਜਿੱਦਣ ਤੋਂ ਪਤਾ ਲੱਗਾ ਆ ਤਾਂ ਕੀ ਗੱਲ ਵੀ ਹੁਣ ਉਹ ਟੀਵੀ ਤੇ ਚਾਲੂ ਹੋ ਗਿਆ ਤਾਂ ਦੇਖਦੇ ਵੀ ਆ, ਤਾਂ ਜਿਹੜਾ ਕਰਕੇ ਗਿਆ ਆ ਕੀ ਗੱਲ ਉਹ ਨਹੀਂ ਦੇਖਦਾ? ਉਹ ਵੀ ਤਾਂ ਦੇਖਦਾ ਹੀ ਹੋਣਾ। ਬਿਲਕੁਲ। ਹੁਣ ਜਿਹੜੀਆਂ ਲਾਣਤਾਂ ਉਹਦੇ ਪਈਆਂ ਆ, ਲੋਕਾਂ ਨੇ ਪਾਈਆਂ ਆ, ਤੇ ਉਹਨਾਂ ਨੂੰ ਡੁੱਬ ਕੇ ਮਰਨੇ ਵਾਲੀ ਗੱਲ ਹੀ ਹੋ ਗਈ। ਤੇ ਇਦਾਂ ਦੀ ਸੋਚ ਰੱਖਣੀ ਨਹੀਂ ਚਾਹੀਦੀ। ਤੁਸੀਂ ਇਦਾਂ ਦਾ ਕਰਕੇ ਨੁਕਸਾਨ ਤੁਹਾਨੂੰ ਕੀ ਮਿਲਣਾ ਤਾਂ ਕੁਝ ਨਹੀਂਗਾ। ਬਾਕੀ ਫਿਰ ਵੀ ਆਪਾਂ ਕਹਿਣ ਵਾਲੇ ਆਪਾਂ ਇਦਾਂ ਕਹਿ ਦਿੰਦੇ ਆ ਵੀ ਪ੍ਰਮਾਤਮਾ ਚਲੋ ਉਹਦਾ ਭਲਾ ਕਰੇ, ਪਰ ਭਲਾ ਤਾਂ ਉਹ ਸਤਿਗੁਰ ਆਪ ਹੀ ਜਾਣਦਾ ਹੈ ਜੀ। ਬਿਲਕੁਲ ਹਨਾ, ਉਹ ਸਤਿਗੁਰ ਨੂੰ ਪਤਾ ਸਾਰਾ ਕੁਝ। ਤੇ ਹੁਣ ਉਹਨੇ ਵੀ ਜੇ ਇਹ ਗੱਲ ਹੁੰਦੀ ਜੇ ਸਤਿਗੁਰ ਦੇ ਸਿਰ ਤੇ ਹੀ ਆ, ਉਹ ਫੇਰ ਵੀ ਉਹਦਾ ਨੁਕਸਾਨ ਨਹੀਂ ਹੋਇਆ। ਬਿਲਕੁਲ, ਇਹ ਵੀ ਆਪਾਂ ਚੰਗੀ ਸੋਚ ਰੱਖਦੇ ਹਾਂ ਕਿ ਸਤਿਗੁਰਾਂ ਨੇ ਜਿਹੜਾ ਵੀ ਕੋਈ ਮਾੜੀ ਉਮੀਦ ਲੈ ਕੇ ਆਇਆ, ਫਿਰ ਵੀ ਸਤਿਗੁਰਾਂ ਨੇ ਉਹਨੂੰ ਹੱਥ ਦੇ ਕੇ ਬਚਾ ਲਿਆ ਹੈਨਾ। ਕਿਉਂਕਿ ਜੇ ਕੋਈ ਤਾਰ ਇੱਧਰ ਉੱਧਰ ਹੋ ਜਾਂਦੀ ਕਿੰਨਾ ਨੁਕਸਾਨ ਹੋਣਾ ਸੀ, ਹੋ ਜਾਣਾ ਸੀ ਹੈਨਾ। ਇਸੇ ਲਈ ਇਹ ਕਹਿੰਦੇ ਆ ਕਿ ਸਤਿਗੁਰਾਂ ਨੇ ਉਹਨਾਂ ਨੂੰ ਵੀ ਹੱਥ ਦੇ ਕੇ ਬਚਾਇਆ। ਜਿਹੜੀ ਬਣਨੇ ਵਾਲੀਆਂ ਚੀਜ਼ਾਂ ਹੁੰਦੀਆਂ ਆ, ਚਲੋ ਉਹ ਤਾਂ ਪੈਸੇ ਦੇ ਨਾਲ ਬਣ ਜਾਣਗੀਆਂ, ਤੇ ਜਾਣ ਗਈ ਉਹ ਤਾਂ ਨਹੀਂ ਹੁੰਦੀ। ਪਹਿਲਾਂ ਆਪਾਂ ਵੱਧਦੇ ਆ ਕੋਲਬਾਲ, ਫਿਰ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ। ਹੈਲੋ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੌਣ ਤੇ ਪ੍ਰੋਗਰਾਮ ਨੁਕਸਾਨ ਤੇ ਗੱਲ ਕਰਨੀ ਚਾਹੁੰਦਾ ਮੈਂ। ਜਿਹੜਾ ਕੌਣ ਬੋਲਦੇ ਹੋ? ਮੈਂ ਜਰਨੈਲ ਬੋਲਦਾ ਜੀ। ਹਾਂਜੀ, ਕਿੱਥੋਂ ਬੋਲਦੇ ਵੀਰ ਜੀ? ਬੈਡਫੋਰਡ ਤੋਂ ਬੋਲਦਾ ਜੀ। ਹਾਂਜੀ ਵੀਰ ਜੀ, ਹਾਂਜੀ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਵੀ ਬੜਾ ਇਹ ਮਾੜਾ ਹੋਇਆ, ਤੇ ਜਿਹੜਾ ਕੋਈ ਮੰਦਾ ਕੰਮ ਕਰਕੇ ਗਿਆ ਜੀ, ਜਦ ਉਹਨੂੰ ਵੀ ਪਛਤਾਵਾ ਹੋਵੇਗਾ ਤੇ ਫਿਰ ਉਹ ਆਪਣੀ ਗਲਤੀ ਜ਼ਰੂਰ ਮਹਿਸੂਸ ਕਰੇਗਾ ਜੀ। ਫਿਰ ਦੂਜੀ ਗੱਲ ਇਹ ਆ ਵੀ ਜਿਹੜੀ ਉਹਨੇ ਗਲਤੀ ਕੀਤੀ ਹੈ, ਇਹਦੇ ਨਾਲ ਸਾਨੂੰ ਵੀ ਇੱਕ ਅਕਲ ਜਗਤ ਕੁਝ ਸਿੱਖਣਾ ਆਉਂਦਾ ਵੀ ਜਿਹੜੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹਨਾਂ ਤੇ ਇੱਕ ਲੌਕਡ ਗਾਰਡ ਜਾਂ ਹੋਰ ਇਹਦੇ ਨਾਲੋਂ ਜੀ ਪੱਕਾ ਲਾਣਾ ਚਾਹੀਦਾ। ਤੇ ਬਾਕੀ ਤਾਂ ਸਾਰਾ ਕੁਝ ਠੀਕ ਕੀਤਾ ਸੀ, ਔਰ ਪਤਾ ਕਿ ਇਹ ਚੋਰ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਜੀ। ਹਾਂ, ਤਾਂ ਕਿ ਇਹੋ ਜਿਹਾ ਵਧੀਆ ਟੈਲੀਵਿਜ਼ਨ ਪ੍ਰੋਗਰਾਮ ਤੇ ਸਟੇਸ਼ਨ ਖਰਾਬ ਕੀਤਾ ਉਹਨੇ, ਤੇ ਲੋਕਾਂ ਦੇ ਦਿਲ ਦੁਖੀ ਕੀਤੇ ਆ ਇਸ ਵਾਸਤੇ। ਹੋਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ। ਥੈਂਕ ਯੂ ਵੀਰ ਜੀ। ਅਸੀਂ ਬਹੁਤ ਖੁਸ਼ ਹਾਂ। ਹੋਰ ਸੱਚ ਇੱਕ ਮੈਂ ਹੋਰ ਗੱਲ ਕਹਿਣੀ ਸੀ ਜੀ। ਹਾਂਜੀ, ਆ ਜਿਹੜੇ ਪ੍ਰੈਜ਼ੈਂਟਰ ਆਉਂਦੇ ਆ ਨਾ, ਇਹਨਾਂ ਨੂੰ ਇਹਨਾਂ ਦੇ ਹੱਥ ਬਾਹਾਂ ਬਹੁਤ ਵਧੀਆ ਲੱਗਦੇ ਆ। ਇਹਨਾਂ ਦੇ ਮੋਹਰੇ ਪੁੱਠੀ ਛਤਰੀ ਲਾ ਕੇ ਜਦੋਂ ਫੋਟੋਗ੍ਰਾਫਰ ਨੇ ਇਹਨਾਂ ਦੇ ਮੂੰਹ ਜਿਹੜੇ ਆ ਨਾ, ਚਲੋ ਇਹ ਤਾਂ ਸਾਡੇ ਵੀਰ ਜੀ। ਹਾਂਜੀ ਵੀਰ ਜੀ, ਥੈਂਕ ਯੂ ਜੀ।
ਇਹ ਤਾਂ ਸਾਡੇ ਵੀਰ ਜੀ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਉਹਨਾਂ ਦੀ ਨਿੰਦਾ ਕਰਕੇ ਗਏ ਆ। ਤਾਂ ਇਸ ਲਈ ਆਪਾਂ ਗੱਲ ਕਰਦੇ ਸੀਗੇ ਆਸ਼ਾ ਜੀ ਵੀ ਜਿਹੜੇ ਲੋਕ ਇਹੋ ਜਿਹੇ ਮਨੋਵਾਦੀ ਸੋਚ ਰੱਖਦੇ ਆ ਤਾਂ ਉਹਨਾਂ ਨੂੰ ਸਤਿਗੁਰਾਂ ਨੇ ਤਾਂ ਅੱਜ ਤੱਕ ਸਾਰੀ ਆਪਣੀ ਬਾਣੀ ਦੇ ਵਿੱਚ ਬਾਬਾ ਸਾਹਿਬ ਜੀ ਨੇ ਇਹ ਕਿਹਾ, ਗੁਰੂ ਨਾਨਕ ਜੀ ਨੇ, ਜੀਸਸ ਕ੍ਰਾਈਸਟ ਜੀ ਨੇ, ਇਹ ਜੋ ਮਾੜੀਆਂ ਸੋਚਾਂ ਆ, ਸ਼ੈਤਾਨੀ ਸੋਚਾਂ ਆ, ਮਨੋਵਾਦੀ ਸੋਚ ਆ, ਇਹਨਾਂ ਨੂੰ ਖਤਮ ਕੀਤਾ। ਅੱਜ ਤੱਕ ਇਹ ਸੋਚ ਜਿਹੜੀ ਆ ਹਜੇ ਤੱਕ ਖਤਮ ਹੋਈ ਨਹੀਂ ਨਾ ਆਪਣੇ ਤੇ। ਦੇਖੋ ਕਾਂਚੀ ਟੀਵੀ ਇੱਕੋ ਇੱਕ ਮੀਡੀਆ ਆ ਜਿਹੜਾ ਕਿ ਹਰ ਇੱਕ ਧਰਮ ਨੂੰ ਵੈਲਕਮ ਕਹਿੰਦਾ ਆ, ਹਰ ਇੱਕ ਧਰਮ ਦੀ ਗੱਲ ਕਰਦਾ ਆ, ਹਰ ਇੱਕ ਦੇ ਨਾਲ ਕਦਮ ਨਾਲ ਕਦਮ ਲਾ ਕੇ ਚੱਲਦਾ ਆ। ਇੱਕੋ ਇੱਕ ਮੀਡੀਆ ਜੋ ਹੱਕ ਤੇ ਸੱਚ ਦੀ ਗੱਲ ਕਰਦਾ ਆ। ਤੇ ਇਹੋ ਜਿਹੇ ਲੋਕਾਂ ਬਾਰੇ ਆਪਾਂ ਕੀ ਕਹਿਣਾ ਚਾਹੋਗੇ ਤੁਸੀਂ? ਫਿਰ ਇਹ ਤਾਂ ਜਿੱਦਾਂ ਬੜੀ ਨਿੰਦਾ ਦੀ ਗੱਲ ਹੈਗੀ ਆ, ਨਿੰਦਾ ਤਾਂ ਹੈਗੀ ਆ, ਤਾਂ ਪਰ ਜਿੱਦਾਂ ਕਹਿੰਦੇ ਹੁਣ ਉਦਣ ਦੇ ਉਹ ਸੁਣਦੇ ਹੀ ਹੋਣਗੇ, ਸੁਣਦੇ ਹੀ ਆ, ਉਹ ਸੁਣਦੇ ਹੀ ਹੋਣੀ ਆ। ਹਾਂਜੀ ਹਾਂਜੀ, ਉਹ ਸੁਣਦੇ ਹੋਣੇ ਆ ਜੋ ਕੁਝ ਵੀ। ਹੁਣ ਉਹ ਤਾਂ ਇਹ ਵੀ ਸੋਚਦੇ ਹੋਣੇ ਵੀ ਇੰਨੀ ਐਡੀ ਛੇਤੀ ਇੱਦਾਂ ਤਿਆਰੀ ਕਿੱਦਾਂ ਕਰ ਲਈ। ਜੀ ਜੀ ਹੈ ਨਾ। ਕਹਿੰਦੇ ਜਿਸ ਦੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਕਿਉਂਕਿ ਫਿਰ ਜਦ ਉਹਦਾ ਸਿਰ ਤੇ ਹੱਥ ਆ ਕਾਂਚੀ ਟੀਵੀ ਦਾ, ਕਾਂਚੀ ਵਾਲੇ ਦਾ, ਕਾਂਚੀ ਟੀਵੀ ਦੇ ਚਲਾਉਣ ਵਾਲਿਆਂ ਲੋਕਾਂ ਦੇ ਉੱਪਰ, ਤਾਂ ਫਿਰ ਉਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਆ ਕਿੱਦਾਂ ਉਹ ਦੁੱਖ ਦੇ ਸਕਦੀਆਂ, ਉਹ ਤਾਂ ਛੇਤੀ ਹੀ ਕਵਰ ਹੋ ਜਾਣੀਆਂ। ਹਾਂਜੀ, ਜਦੋਂ ਨਾਲ ਪੂਰਾ ਸਮਾਜ ਆ ਤਾਂ ਫਿਰ ਤਾਂ ਪੈਸੇ ਦੀ ਵੀ ਕੋਈ ਕਮੀ ਨਹੀਂ ਹੈਗੀ ਨਾ ਜੀ, ਕਿਉਂਕਿ ਸਮਾਜ ਨੇ ਰਲ ਕੇ ਇਹ ਸਾਰਾ ਕੁਝ ਕਹਿੰਦੇ ਆ ਫੂਹੀ ਤਲਾ ਭਰ ਜਾਂਦਾ ਆ। ਤਾਂ ਥੋੜੇ ਥੋੜੇ ਪੈਸਿਆਂ ਦੇ ਨਾਲ ਜਿੰਨੀ ਰਿਪੇਅਰਿੰਗ ਹੋਣੀ ਆ ਝੱਟ ਹੋ ਜਾਣੀ ਹੈ। ਹਾਂਜੀ ਹਾਂਜੀ ਹਾਂਜੀ। ਇਹ ਤਾਂ ਆਪਣਾ ਟਾਈਮ ਵੀ ਅੱਗੇ ਵੱਧ ਰਿਹਾ ਹੈ ਆਸ਼ਾ ਜੀ, ਤਾਂ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਕਦੀ ਵੀ ਇਦਾਂ ਦੀ ਸੋਚ ਨਾ ਰੱਖੋ। ਇਦਾਂ ਦੀ ਸੋਚ ਰੱਖਣ ਨਾਲ ਤੁਹਾਨੂੰ ਕੋਈ ਹਾਸਲ ਨਹੀਂ ਹੋਣਾ। ਸਗੋਂ ਜੇ ਸੋਚ ਰੱਖਣੀ ਆ ਤਾਂ ਚੰਗੀ ਸੋਚ ਰੱਖੋ। ਜੇ ਤੁਸੀਂ ਚੰਗੀ ਸੋਚ ਰੱਖੋਗੇ ਤੁਹਾਡੇ ਬੱਚੇ ਵੀ ਚੰਗੀ ਸੋਚ ਰੱਖਣਗੇ, ਤੁਹਾਡਾ ਪਰਿਵਾਰ ਵੀ ਚੰਗਾ ਸੋਚੂਗਾ। ਤਾਂ ਨਹੀਂ ਤਾਂ ਜੇ ਸੋਚ ਹੀ ਤੁਹਾਡੀ ਮਾੜੀ ਹੋਈ ਤਾਂ ਤੁਹਾਨੂੰ ਸਾਰਿਆਂ ਨੇ ਮਾੜੇ ਕਹਿਣਾ, ਮਾੜੇ ਕਹਾਉਣ 'ਚ ਕੋਈ ਫਾਇਦਾ ਨਹੀਂ ਹੈਗਾ। ਤੇ ਚੰਗੀ ਸੋਚ ਲੈ ਕੇ ਤੁਰੋ। ਜੋ ਵੀ ਤੁਸੀਂ ਗਲਤੀ ਕਰ ਲਈ ਆ, ਚਲੋ ਤੁਹਾਨੂੰ ਸਾਡੇ ਸਤਿਗੁਰ ਨੇ ਮਾਫ ਕਰ ਦਿੱਤਾ ਹੈ ਨਾ। ਤਾਂ ਹੁਣ ਅਸੀਂ ਇਹ ਉਮੀਦ ਕਰਦੇ ਹਾਂ ਵੀ ਗਾਂ ਵਾਸਤੇ ਇਦਾਂ ਦਾ ਕੁਝ ਨਾ ਹੋਵੇ। ਤਾਂ ਹੁਣ ਤੁਸੀਂ ਕਿਉਂਕਿ ਇਹ ਜਿਹੜੀਆਂ ਸੋਚਾਂ ਹੁੰਦੀਆਂ ਆ ਨਾ, ਇਹਦੇ ਨਾਲੋਂ ਜੇ ਕਦਮ ਨਾਲ ਕਦਮ ਲਾ ਕੇ ਚੱਲੋ ਤਾਂ ਉਹਦੇ ਨਾਲ ਦੀ ਰੀਸ ਨਹੀਂ ਹੈਗੀ। ਕਿਉਂਕਿ ਜੇ ਗਲਤੀ ਹੋਈ ਆ ਉਹਨੂੰ ਮੰਨ ਲਓ ਤਾਂ ਉਹਦੇ ਨਾਲ ਦੀ ਵੀ ਰੀਸ ਨਹੀਂ ਹੈਗੀ। ਕਿਉਂਕਿ ਜਦੋਂ ਆਪਾਂ ਇਨਸਾਨ ਆ, ਇਨਸਾਨਾਂ ਤੋਂ ਗਲਤੀਆਂ ਹੁੰਦੀਆਂ ਤੇ ਇਸ ਕਰਕੇ ਇਨਸਾਨ ਹੀ ਇਨਸਾਨਾਂ ਦੀਆਂ ਗਲਤੀਆਂ ਨੂੰ ਮਾਫ ਵੀ ਕਰਦਾ ਹੈ। ਦਿੰਦਾ। ਫਿਰ ਮਿਲਾਂਗੇ ਜੀ। ਜੈ ਗੁਰਦੇਵ, ਧੰਨ ਗੁਰਦੇਵ ਜੀ।